ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਣੀ ਕਿਤਾਬ ਬਰਤਾਨਵੀ ਅਤੇ ਭਾਰਤੀ ਸਮਾਜ ਵਿੱਚੋਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਟੈਲੀਫੋਨ ਕਾਲਸ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਮੈਂ ਉਸ ਲੇਖ ਦੇ ਵਿੱਚ ਉਠਾਏ ਹੁੰਦੇ ਆ, ਜਾਣੀ ਕਿ ਜਾਂ ਕੁਛ ਨੁਕਤੇ ਸ਼ਾਇਦ ਮੈਂ ਨਾ ਉਠਾਏ ਹੋਣ। ਅਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਕਿ ਮੈਂ ਇਹੋ ਜਿਹਾ ਲੇਖ ਆਪਣੀਆਂ ਕਿਤਾਬਾਂ ਵਿੱਚ ਲਿਖਦਾ ਜਿਹੜੇ ਮੈਂ ਤੁਹਾਡੇ ਰੂਬਰੂ ਲੈ ਕੇ ਆਉਣਾ, ਜਿਹੜੇ ਤੁਹਾਡੇ ਨਾਲ, ਮੇਰੇ ਨਾਲ ਅਤੇ ਆਪਣੇ ਸਮਾਜ ਨਾਲ ਸੰਬੰਧਿਤ ਹੁੰਦੇ ਆ। ਅਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਡਾ ਪਿਛਲਾ ਹਫ਼ਤਾ ਖੁਸ਼ਗਵਾਰ ਗੁਜ਼ਰਿਆ ਹੋਊਗਾ ਅਤੇ ਆਉਣ ਵਾਲਾ ਸਮਾਂ ਵੀ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਹੋਵੇਗਾ। ਅਤੇ ਇਸ ਸੰਵਾਦ ਦੇ ਲਈ ਮੈਨੂੰ ਤੁਹਾਡੇ ਟੈਲੀਫੋਨ ਕਾਲਸ ਦੀ ਲੋੜ ਰਹਿੰਦੀ ਹੈ ਅਤੇ ਜਿਹੜਾ ਟੈਲੀਫੋਨ ਸਾਡਾ ਨੰਬਰ ਹੈਗਾ, ਜਿਹੜਾ ਕਿ ਸਕਰੀਨ ਦੇ ਥੱਲੇ ਵੀ ਆ ਰਿਹਾ, 0300 770 2246। ਅਤੇ ਜੇ ਇਹਨੂੰ ਪੰਜਾਬੀ 'ਚ ਮੈਂ ਕਹਾਂ ਤਾਂ ਉਹ 033 032 77 0 22 ਅਤੇ 4 ਅਤੇ 6 2246 ਯਾਨੀ ਕਿ ਅਖੀਰ ਵਿੱਚ ਹੈ। ਪਹਿਲਾ ਹੈਗਾ 0300 770 2246। ਅਤੇ ਜੇ ਅਸੀਂ ਬਰਤਾਨੀਆ ਤੋਂ ਬਾਹਰ ਟੈਲੀਫੋਨ ਕਰ ਰਹੇ ਹਾਂ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ ਬਰਤਾਨੀਆ ਦਾ ਕੋਡ ਜਿਹੜਾ ਹੈਗਾ 44 ਲਾਉਣਾ ਪਊਗਾ ਅਤੇ ਫਿਰ 300 770 2246 ਨੰਬਰ ਘੁਮਾਉਣਾ ਪਊਗਾ। ਅਤੇ ਮੈਨੂੰ ਤੁਹਾਡੇ ਟੈਲੀਫੋਨ ਕਾਲਸ ਦੀ ਜਿਹੜੀ ਹੈਗੀ ਆ ਹੁਣ ਤੋਂ ਹੀ ਜਿਹੜੀ ਹੈਗੀ ਆ ਲੋੜ ਹੈ। ਤੁਸੀਂ ਹੁਣ ਤੋਂ ਟੈਲੀਫੋਨ ਕਾਲ ਕਰਕੇ ਆਪਣੀ ਜਿਹੜੀਆਂ ਲਾਈਨਸ ਹੈਗੀਆਂ ਉਹਨਾਂ ਨੂੰ ਲਾਈਨ ਅਪ ਕਰ ਲਓ ਤਾਂ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਟਾਈਮ ਦੇ ਸਕਾਂ। ਅੱਜ ਵੀ ਜਿਹੜਾ ਮੈਂ ਤੁਹਾਡੇ ਲਈ ਲੇਖ ਲੈ ਕੇ ਆਇਆ ਹੈਗਾ ਉਹ ਇੱਕ ਇਹੋ ਜਿਹਾ ਹੈ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਗੰਭੀਰ ਸੰਬੰਧ ਤੁਹਾਡਾ, ਮੇਰਾ ਅਤੇ ਆਪਣੀਆਂ ਫੈਮਲੀਜ਼ ਨਾਲ ਕਨੈਕਟਡ ਹੈ। ਇਹ ਇੱਕ ਇਹੋ ਜਿਹਾ ਸੱਚਾ ਕੇਸ ਹੈਗਾ ਜਿਹੜਾ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਸੀ ਅਤੇ ਮੈਂ ਫਿਰ ਲਿਖਿਆ ਸੀ ਅਤੇ ਉਸ ਲੇਖ ਨੂੰ ਬਾਅਦ ਵਿੱਚ ਮੈਂ ਕਿਤਾਬ ਵਿੱਚ ਵੀ ਸ਼ਾਮਲ ਕੀਤਾ। ਸਾਡੇ ਬਹੁਤ ਸਾਰੇ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਉਹ ਕਈ ਵਾਰੀ ਸਾਡੇ ਜਿਹੜੀਆਂ ਕਲਚਰਲ ਇਸ਼ੂਜ਼ ਹੈਗੇ ਆ ਉਹਨਾਂ ਦੀ ਚੰਗੀ ਤਰ੍ਹਾਂ ਉਹਨਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਸਾਡੇ ਲੋਕਾਂ ਨੂੰ ਇੱਥੇ ਦੇ ਕਾਨੂੰਨਾਂ ਬਾਰੇ ਵੀ ਕੋਈ ਬਹੁਤਾ ਕਈ ਵਾਰੀ ਨਹੀਂ ਪਤਾ ਹੁੰਦਾ। ਅਤੇ ਪਲੱਸ ਯਾਨੀ ਕਿ ਡਿਸਕ੍ਰਿਮੀਨੇਸ਼ਨ ਅਤੇ ਰੇਸਿਜ਼ਮ ਹੋਣ ਕਰਕੇ ਵੀ ਜਿਹੜਾ ਕਿ ਸਮਾਜ ਦੇ ਵਿੱਚ ਹੈ ਹੀ, ਜਿਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਜਾਤ ਪਾਤ ਬਹੁਤ ਬੁਰੀ ਤਰ੍ਹਾਂ ਖੁੱਭੀ ਹੈ, ਇਸ ਤਰ੍ਹਾਂ ਰੇਸਿਜ਼ਮ ਵੀ ਇਸ ਸਮਾਜ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਖੁੱਭਿਆ ਹੋਇਆ ਹੈ। ਅਤੇ ਉਹ ਵੀ ਜਿਹੜਾ ਹੈਗਾ ਕਈ ਵਾਰੀ ਪਲੱਸ ਯਾਨੀ ਕਿ ਉਹਨਾਂ ਕੋਲ ਪਾਵਰ ਹੁੰਦੀ ਹੈ, ਕਿਉਂਕਿ ਜਿਹੜੀ ਰੇਸਿਜ਼ਮ ਦੀ ਡੈਫੀਨੇਸ਼ਨ ਹੈਗੀ ਆ ਪ੍ਰੈਜੁਡਿਸ ਪਲੱਸ ਪਾਵਰ ਮੰਨਦੇ ਹੈਗੇ, ਅਤੇ ਪਲੱਸ ਯਾਨੀ ਕਿ ਓਪਰਚੁਨਿਟੀ ਵੀ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਉਦੋਂ ਉਸ ਪਾਵਰ ਨੂੰ ਐਕਸਰਸਾਈਜ਼ ਕੀਤਾ ਜਾਂਦਾ। ਅਤੇ ਇਹੋ ਜਿਹਾ ਕੇਸ ਯਾਨੀ ਕਿ ਇਹ ਹੈਗਾ ਜਿਹਦੇ ਵਿੱਚ ਕਈ ਵਾਰੀ ਜਿਹੜੀਆਂ ਫੈਮਲੀਜ਼ ਹੈਗੀਆਂ ਉਹ ਤਬਾਹ ਹੋ ਜਾਂਦੀਆਂ, ਫੈਮਲੀਆਂ ਦੇ ਬੱਚੇ ਜਿਹੜੇ ਹੈਗੇ ਆ ਉਹ ਸੋਸ਼ਲ ਸਰਵਿਸ ਵਰਗੇ ਅਦਾਰੇ ਗਲਤ ਅਸੈਸਮੈਂਟ ਹੋਣ ਕਰਕੇ ਉਹ ਉਹਨਾਂ ਫੈਮਲੀਜ਼ ਵਿੱਚੋਂ ਲੈ ਲਏ ਜਾਂਦੇ ਅਤੇ ਉਹ ਸਰਕਾਰੀ ਜਿਹੜਾ ਹੈਗਾ ਅਦਾਰਿਆਂ ਦੇ ਵਿੱਚ ਚਲੇ ਜਾਂਦੇ ਆ, ਗੌਰਮੈਂਟ ਦੀ ਕੇਅਰ ਦੇ ਵਿੱਚ ਚਲੇ ਜਾਂਦੇ ਹੈ ਅਤੇ ਫਿਰ ਬੱਚੇ ਜਿਹੜੇ ਹੈਗੇ ਆ ਉਹ ਕਈ ਵਾਰੀ ਵਾਪਸ ਵੀ ਨਹੀਂ ਮੁੜਦੇ ਹੈ ਅਤੇ ਕਈ ਤਰ੍ਹਾਂ ਦੀਆਂ ਖਰਾਬੀਆਂ ਜਿਹੜੀਆਂ ਹੁੰਦੀਆਂ, ਕੁਛ ਇਹੋ ਜਿਹਾ ਕੇਸ ਜਾਣੀ ਕਿ ਹੈ। ਅਤੇ ਇਸ ਕਰਕੇ ਮੈਂ ਮਹਿਸੂਸ ਕਰ ਲਿਆ ਵੀ ਤੁਸੀਂ ਟੈਲੀਫੋਨ ਕਾਲ ਜਾਣੀ ਕਿ ਜ਼ਰੂਰ ਯਾਨੀ ਕਿ ਕਰੋ, ਆਪਣਾ ਹਿੱਸਾ ਜਿਹੜਾ ਹੈਗਾ ਜ਼ਰੂਰ ਪਾਓ, ਕਿਉਂਕਿ ਤੁਹਾਡੇ ਨਾਲ ਜਾਂ ਜਾਣੀ ਕਿ ਤੁਹਾਡੇ ਕਿਸੇ ਜਾਣ ਦੇ ਨਾਲ, ਕਿਸੇ ਦੋਸਤ ਮਿੱਤਰ ਨਾਲ, ਜਾਂ ਤੁਸੀਂ ਕਿਸੇ ਹੋਰ ਨੂੰ ਜਾਣਦੇ ਹੋਵੋਗੇ ਜਿਹਨੇ ਤੁਹਾਨੂੰ ਆਪਣੀ ਸਮੱਸਿਆ ਇਹ ਹੱਲ ਕੀਤੀ, ਇਹ ਸਮੱਸਿਆ ਤੁਹਾਨੂੰ ਸਾਂਝੀ ਕੀਤੀ ਹੋਵੇ, ਤੁਸੀਂ ਜ਼ਰੂਰ ਇਹਦੇ ਬਾਰੇ ਜਾਣੂ ਹੋਵੋਗੇ। ਅਤੇ ਨਾਲ ਹੀ ਨਾਲ ਜਾਣੀ ਕਿ ਮੈਂ ਇੱਕ ਹੋਰ ਵੀ ਬੇਨਤੀ ਕਰਤੀ ਜਾਵਾਂ ਕਿ ਵੀ ਤੁਸੀਂ ਸਾਨੂੰ ਕੰਚ ਟੈਲੀਵਿਜ਼ਨ ਨੂੰ ਜਿਹੜਾ ਸਪੋਂਸਰ ਕਰ ਸਕਦੇ ਹੈਗੇ ਆ, ਕੋਈ ਪ੍ਰੋਗਰਾਮ ਵੀ ਸਪੋਂਸਰ ਕਰ ਸਕਦੇ ਹੈਗੇ ਆ, ਕਿਸੇ ਦਾ ਬਰਥਡੇ ਹੈਗਾ, ਕਿਸੇ ਦਾ ਯਾਨੀ ਕਿ ਕੋਈ ਮੈਰਿਜ ਐਨਵਰਸਰੀ ਹੈ ਜਾਂ ਕੋਈ ਹੋਰ ਖੁਸ਼ੀ ਦੀ ਗੱਲ ਪਰਿਵਾਰ ਦੇ ਵਿੱਚ ਹੋਈ ਹੈ, ਤੁਸੀਂ ਸਾਂਝੀਆਂ ਕਰਨਾ ਚਾਹੁੰਦੇ ਆ ਅਤੇ ਉਹ ਵੀ ਅਸੀਂ ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਸਪੋਂਸਰ ਅਸੀਂ ਕਰ ਸਕਦੇ ਹਾਂ, ਜਾਂ ਤੁਸੀਂ ਕਿਸੇ ਪ੍ਰੋਗਰਾਮ ਨੂੰ ਵੀ ਸਪੋਂਸਰ ਕਰ ਸਕਦੇ ਹਾਂ ਅਤੇ ਉਹ ਅਸੀਂ ਤੁਹਾਡਾ ਯਾਨੀ ਕਿ ਬਾਰ-ਬਾਰ ਜਿਹੜਾ ਹੈਗਾ ਜ਼ਿਕਰ ਕਰਾਂਗੇ ਲੈ ਵੀ ਇਹਨਾਂ ਨੇ ਪ੍ਰੋਗਰਾਮ ਜਿਹੜਾ ਸਪੋਂਸਰ ਕੀਤਾ, ਕਿਉਂਕਿ ਸਾਨੂੰ ਫਾਈਨੈਂਸ਼ੀਅਲ ਹੈਲਪ ਦੀ ਸਦਾ ਲੋੜ ਰਹਿੰਦੀ ਆ। ਅਤੇ ਇਸ ਕਰਕੇ ਮੈਂ ਮਹਿਸੂਸ ਕਰ ਰਿਹਾ ਵੀ ਤੁਸੀਂ ਸਾਡੀ ਫਾਈਨੈਂਸ਼ੀਅਲ ਹੈਲਪ ਜ਼ਰੂਰ ਕਰੋ, ਜਿਹੜੀ ਕਿ ਤੁਸੀਂ ਪਿੱਛੇ ਵੀ ਬਹੁਤ ਕਰਦੇ ਰਹੇ ਹੈਗੇ ਆ ਅਤੇ ਸਾਨੂੰ ਤੁਸੀਂ ਜਿਹੜਾ ਉਸ ਤਰ੍ਹਾਂ ਵੀ ਬਹੁਤ ਹੌਸਲਾ ਦਿੰਦੇ ਆ। ਅਤੇ ਮੈਂ ਵੀ ਯਾਨੀ ਕਿ ਤੁਹਾਡੀਆਂ ਟੈਲੀਫੋਨ ਕਾਲਸ ਰਾਹੀਂ ਯਾਨੀ ਕਿ ਜਾਂ ਉਸ ਤਰ੍ਹਾਂ ਵੀ ਜਿਹੜਾ ਹੈ, ਜਦੋਂ ਤੁਸੀਂ ਮੈਨੂੰ ਮਿਲਦੇ ਆ ਮੈਨੂੰ ਕੋਈ ਸੁਜੈਸ਼ਨ ਦਿੰਦੇ ਰਹਿੰਦੇ ਵੀ ਹਾਂ ਵੀ ਆਹ ਗੱਲ ਇੱਦਾਂ ਹੋਣੀ ਚਾਹੀਦੀ ਹੈ, ਆਹ ਇੱਦਾਂ ਜਾਂ ਠੀਕ ਰਹੂਗੀ, ਅਤੇ ਮੈਨੂੰ ਤੁਹਾਡੇ ਪੋਜ਼ੀਟਿਵ ਸੁਜੈਸ਼ਨ ਦੀ ਵੀ ਜ਼ਰੂਰਤ ਹੈਗੀ ਆ। ਕ੍ਰਿਟੀਸਿਜ਼ਮ ਫਾਰ ਕ੍ਰਿਟੀਸਿਜ਼ਮ ਸੇਕ ਨਾਟ ਇੰਟਰਸਟਿਡ, ਯਾਨੀ ਕਿ ਜਿਹੜਾ ਕੋਈ ਅਸਾਰੂ ਸੁਝਾਅ ਹੋਊਗਾ ਉਹਨੂੰ ਪ੍ਰੋਗਰਾਮਾਂ ਵਿੱਚ ਅਸੀਂ ਜ਼ਰੂਰ ਯਾਨੀ ਕਿ ਸ਼ਾਮਲ ਕਰਦੇ ਹਾਂ। ਅਤੇ ਕੋਸ਼ਿਸ਼ ਇਹ ਕੀਤੀ ਜਾਂਦੀ ਆ ਕਿ ਅਸੀਂ ਸਾਰੀ ਕਮਿਊਨਿਟੀਜ਼ ਨੂੰ ਜਿਹੜਾ ਐਡਰੈਸ ਕਰ ਸਕੀਏ, ਨਾ ਕਿ ਅਸੀਂ ਇੱਕੋ ਕਮਿਊਨਿਟੀ ਬਾਰੇ ਗੱਲ ਕਰੀਏ, ਕਿਉਂਕਿ ਜਿਹੜਾ ਟੈਲੀਵਿਜ਼ਨ ਹੈਗਾ ਇਸ ਕੰਮ ਲਈ ਅਸੀਂ ਦ੍ਰਿੜ ਹੈਗੇ ਹਾਂ ਵੀ ਇਹ ਸਾਡੇ ਸਾਰੇ ਪੰਜਾਬੀਆਂ ਦਾ ਜਿਹੜਾ ਹੈਗਾ ਉਹ ਟੈਲੀਵਿਜ਼ਨ ਹੈ।
तो अज जानी कि जिस मसले की मैं गल कर रहा सीगा वो मैं तुहानूं पहला पढ़ के सुनाउणा हैगा भी वो की जिहड़ी सी सच्चाई यानी कि विचों वो की हैगी है तो किदां जो कुछ की वापरिया तो फिर जिहड़ा हैगा टैलीफोन कॉल्स राही मैं तुहाडे नाल जिहड़ा हैगा एक संवाद एक डिस्कोर्स रचाउण की कोशिश करदा। इस जिहड़ा हैडिंग हैगा इहदा नाम है रखिया दुभाषिया। एशियाई लोगों के जोर पाउण ते हुण बरतानिया के कई सरकारी महकमे विच दुभाषीए भर्ती कर लए गए हैं जो कि पहला इस समस्या वाल कोई ध्यान ही नहीं सी दिता जाता क्योंकि एक किताब जी हैगी 2000 की लिखी है तो उस तो पहला के लेख लिखे है। सो काफ़ी जिनके साल हो गया है 2 दहाकियां तो ज़्यादा जिनके समा हो चुका। सरकारी महकमे विचों सोशल सर्विस वालियां शायद इस काम में पहल की होवे जदों कि अजे भी कई मगरूर पक्षपात करने वाले सोशल वर्कर जां तां दुभाषियां नाल बिल्कुल ही काम नहीं करते तो जां फिर एशियन परिवार विचले किसी छोटे बच्चे नूं इस काम लई वरत लिया जाता है जो कि सरासर गलत गल है। दूजे पासे ये भी गल है कि जिथे दुभाषी भर्ती भी किए गए हैं उन्हों की गत भी कई तरह बनाई जाती है। वो गलत गल्लां हुंदियां वेख के भी कुछ करन जोगे नहीं रहिंदे। इहो जिही एक घटना मेरे एक दोस्त नरिंदर नाल वापरी जब वो 10 गोरे गोरियां की सोशल वर्कर की एक टीम में इकल्ला बतौर दुभाषी के काम कर रहा सी। नरिंदर ने मैंने दसिया कि जिस दिन एक 23 साल की गोरी को एक एशियन केस आया तो मैनू मेरे मैनेजर ने वो काम करने कहा। इस गोरी सोशल वर्कर ने यूनीवर्सिटी तो डिग्री के नाल सोशल वर्क का कोर्स भी किया हुआ सी और हुण वो समा सी जब वो अपनी अगाह तरक्की लिए कोई केस पेश करना चाहती सी। ना तो इस गोरी बीबी नूं अते ना ही टीम के मैनेजर नूं एशियन लोगों के सभ्याचार बारे कोई बहुता इल्म सी। सभ्याचार की जानकारी बारे या नस्लवाद बारे भी इस टीम लिए कदे किसी ने कोर्स का प्रबंध भी नहीं सी कीता। वो इस गल बच्ची संतुष्ट सन कि उन्हें एक दुभाषिया टीम में रखा हुआ है जो इस गल का सूचक है कि ये टीम एशियन लोगों नाल काम बारे बिल्कुल चेतन है। जिस एशियन परिवार नाल गोरी सोशल वर्कर अते मैं काम करना सी दे 4 बच्चे सन। बड़ा लड़का महेंद्र 12 साल का, गुरिंदर 9 साल का, सुरिंदर 6 साल का, छोटी बच्ची अमर अजे 2 साल की सी। बच्चों की माँ बलबीर कौर की उम्र 34 साल सी अते उहदा घर वाला किसी अपद्र में फसिया होने करके अजकल जेल में बैठा सी। इस औखे समय बलबीर अते उहदे घर वाले दे किसी भी रिश्तेदार या दोस्त ने उन्होंने कोई मदद ना की थी अते इस परिवार नूं अपने रहम ते ही छड्ड दिता। सोशल वर्कर अडवीना दे ढाहे ये केस उस वेले चढ़िया जब बड़ा लड़का महेंद्र एक दिन एक दुकान में स्वीटां की चोरी करता फड़िया गया। गोरे दुकानदार ने झट थाने इतलाह की और थाने वालियां मुढ़ली पुछगिछ तो बाद नाबालिग महेंद्र का केस सोशल सर्विस के सपुर्द कर दिता। केस की जांच पड़ताल तो यह भी पता लगा कि काका महेंद्र दुकान में सिर्फ स्वीटां ही चोरी नहीं कर रहा सी सगों इत्थे आम विकदे अश्लील मैगजीनां वाल भी अखां तत्तियां कर रहा सी। इंडिया तो ब्याह करके आई बलबीर अजे अंग्रेजी नूं उन्ना मूँह नहीं सी मार लगी कि सरकारी अफसर नाल इंगेजमेंट कर सके। वो अपने लड़के महेंद्र के केस में भी कोई ज़्यादा वड्डी घटना नहीं सी समझ रही कि की लोड़ा आ गया जेकर मुंडे ने 4 स्वीटां चोरी कर लियां जां दुकान में पै मैगजीनां वाल वेख लिया सी। वो इंडिया बारे सोच रही सी कि उत्थे स्कूल जांदी मंडीर तां आम ही अंब खरबूजे गन्ने मूंगफली और छलियां चोरी करके खांदे पींदे रहिंदे सन। उत्थे तां कदे पुलिस नहीं सी आई और ना ही किसी सोशल वर्कर का नां सुनिया सी। हुण ये सब गल्लां उहदे लई बहुत ही ओपरियां सन। वो इस गल तो भी डैंबरी पई सी कि भला न्याणे दे स्कूल जाके उहदे टीचर नाल क्यों गल कीती गई आ। नाले मेरे घर तकरीबन हर हफ्ते ये गोरी सोशल वर्कर झोला चुक के क्यों आ जाती है तो मेरे मुंडे नाल घंटा भर खिचमिच करती रहिंदी है। मेरे तो भी कई पुठे सीधे सवाल पुछदी है कि मैं न्याणिਆਂ ਨੂੰ हर हफ्ते खर्चण लई पॉकेट मनी यानी जेब खर्च किन्ना दिंदी आ। न्याणिਆਂ ਨੂੰ पार्कां ਅਤੇ होर ਥਾਵਾਂ ਤੇ किन्नी वार लैके जांदी आ। घरों बाहर मैकडॉनल्ड बिम्पी किंग बर्गर ਜਾਂ पीज़ा हट किन्नी ਕੁ वारी खाना खवाउण लैके जांदी हाँ। भला इस गदूद ਨੂੰ कोई पुछे कि तू ढेकी लगदी आ कि मैं न्याणिਆਂ ਨੂੰ किवें पालदी पोसदी आ। न्याणे मेरे जो मैं मर्जी करा आप तो अजे ब्याही भी नहीं अते पता नहीं किन्ने बॉयफ्रेंड रख चुकी आ ते हुण भी बिना ब्याह तो एक गोरे नाल रहिंदी आ। बलबीर इस ताने बण विच बुरी तरह उलझी पई सी। वो इस घुम्मण केरी विचों निकलण लई कई उपराले कर रही सी कि यह गोरी डवीना मेरा ते मेरे महेंद्र का पिछा छड्डे। वो सोशल वर्कर डवीना नूं समोसे पकौड़े अते मिठाइयां खवाउंदी, वधिया तरह तरह दी सब्जियां बना के रोटियां परोसदी। यह एक किस्म का हर हफ्ते का ही काम सी। घरों जाण वेले अडवीना अपने बॉयफ्रेंड लिए भी सब्जियां समोसे पकौड़े ते रोटियां लैके जांदी
कि ਉਹਨੂੰ ਇੰਡੀਅਨ ਖਾਣਾ ਬਹੁਤ ਪਸੰਦ ਹੈ। ਬਲਵੀਰ ਇਹ ਸਭ ਕੁਝ ਗੋਰੀ ਅਡਵੀਨਾ ਨੂੰ ਖੁਸ਼ ਕਰਨ ਲਈ ਕਰ ਰਹੀ ਸੀ, ਜਦੋਂ ਕਿ ਉਹਨੂੰ ਪਤਾ ਸੀ ਕਿ ਅਗਰ ਅਡਵੀਨਾ ਅਤੇ ਉਹਦੇ ਯਾਰ ਨੂੰ ਏਸ਼ੀਅਨ ਸਬਜ਼ੀਆਂ, ਰੋਟੀ ਪਕੌੜੇ, ਸਮੋਸੇ ਅਤੇ ਮਠਿਆਈਆਂ ਇੰਨੇ ਪਸੰਦ ਹਨ ਤਾਂ ਬੇਸ਼ੁਮਾਰ ਖੁੱਲ੍ਹੇ ਏਸ਼ੀਅਨ ਹੋਟਲਾਂ ਵਿੱਚ ਕਿਉਂ ਨਹੀਂ ਜਾਂਦੇ। ਬਲਵੀਰ ਜਾਣਬੁੱਝ ਕੇ ਆਪਣਾ ਕੁੰਡਾ ਕਰਵਾ ਰਹੀ ਸੀ, ਪਰ ਉਸ ਦਿਨ ਤਾਂ ਉਹਦੀ ਆਤਮਾ ਪਾਟ ਗਈ ਜਿਸ ਦਿਨ ਅਡਵੀਨਾ ਕਿਹਾ ਕਿ ਹੁਣ ਮਹਿੰਦਰ ਨਾਲ ਕਈ ਹਫ਼ਤੇ ਕੰਮ ਕਰ ਲਿਆ ਹੈ, ਪਰ ਲੱਗ ਰਿਹਾ ਕਿ ਗੱਲ ਕਿਸੇ ਪਾਸੇ ਸਿਰੇ ਨਹੀਂ ਚੜ੍ਹ ਰਹੀ। ਸ਼ਾਇਦ ਇਹਦਾ ਕਾਰਨ ਇਹ ਹੈ ਕਿ ਘਰ ਦੇ ਮਾਹੌਲ ਵਿੱਚ ਬੈਠਾ ਹੋਣ ਕਰਕੇ ਉਹਦੇ ਉੱਤੇ ਅਸਰ ਨਹੀਂ ਹੋ ਰਿਹਾ। ਇਸ ਕਰਕੇ ਫੈਸਲਾ ਇਹ ਕੀਤਾ ਗਿਆ ਕਿ ਅਗਲੇ ਹਫ਼ਤੇ ਤੋਂ ਮਹਿੰਦਰ ਨੂੰ ਫੈਮਿਲੀ ਸੈਂਟਰ ਵਿੱਚ ਇਕੱਲਿਆਂ ਮਿਲਿਆ ਕਰਾਂਗੀ। ਗੜਿੱਕੀ ਵਿੱਚ ਫਸੀ ਬਲਵੀਰ ਨੇ ਅਡਵੀਨਾ ਦੇ ਬਥੇਰੇ ਤਰਲੇ ਪਾਏ, ਪਰ ਉਹ ਟਸ ਤੋਂ ਮਸ ਨਾ ਹੋਈ ਅਤੇ ਆਪਣੀ ਘੱਗਰੀ ਸਾਂਭਦੀ ਝੋਲਾ ਚੁੱਕ ਕੇ ਤੁਰ ਗਈ ਕਿ ਅਗਲੇ ਬੁੱਧਵਾਰ ਸਕੂਲ ਤੋਂ ਬਾਅਦ ਮਹਿੰਦਰ ਨੂੰ 3:30 ਵਜੇ ਫੈਮਿਲੀ ਸੈਂਟਰ ਵਿੱਚ ਮਿਲੇਗੀ। ਗੋਰੀ ਸੋਸ਼ਲ ਵਰਕਰ ਅਡਵੀਨਾ ਹੁਣ ਮਹਿੰਦਰ ਨੂੰ ਫੈਮਿਲੀ ਸੈਂਟਰ ਵਿੱਚ ਹਰ ਹਫ਼ਤੇ ਮਿਲਣ ਲੱਗੀ। ਬਲਵੀਰ ਦੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ। ਮਹਿੰਦਰ ਫੈਮਿਲੀ ਸੈਂਟਰ ਤੋਂ 5-6 ਵਜੇ ਸ਼ਾਮ ਨੂੰ ਘਰ ਆਉਂਦਾ ਅਤੇ ਆਪਣੀ ਮਾਂ ਬਲਵੀਰ ਨਾਲ ਕੋਈ ਜ਼ਿਆਦਾ ਗੱਲ ਕਥ ਨਾ ਕਰਦਾ, ਆਪਣੇ ਬਾਕੀ ਭੈਣ ਭਰਾਵਾਂ ਨੂੰ ਵੱਡੂ ਖਾਮ ਕਰਦਾ। ਕਰਮਾ ਮਾਰੀ ਬਲਵੀਰ ਸਵੇਰੇ ਸ਼ਾਮ ਪਾਠ ਕਰਦੀ ਕਿ ਰੱਬ ਉਹਦੇ ਦੁੱਖਾਂ ਨੂੰ ਘਟਾਵੇ, ਪਰ ਉਹਨੂੰ ਲੱਗ ਰਿਹਾ ਸੀ ਕਿ ਹੁਣ ਰੱਬ ਵੀ ਉਹਦੇ ਨਾਲ ਬਿਟਰ ਗਿਆ ਸੀ। ਇਸ ਤੋਂ ਬਾਅਦ ਗੋਰੀ ਅਡਵੀਨਾ ਨੇ ਹੋਰ ਚਾਲ ਚੱਲੀ। ਅਜੇ ਮਹਿੰਦਰ ਨੂੰ ਫੈਮਿਲੀ ਸੈਂਟਰ ਵਿੱਚ ਮਿਲਦਿਆਂ 4 ਹਫ਼ਤੇ ਹੀ ਹੋਏ ਸਨ ਕਿ ਇੱਕ ਦਿਨ ਮੈਨੂੰ ਨਾਲ ਲਿਜਾ ਕੇ ਬਲਵੀਰ ਨੂੰ ਉਹਦੇ ਘਰ ਜਾ ਮਿਲੀ, ਜਦੋਂ ਕਿ ਇਸ ਸਮੇਂ ਦੌਰਾਨ ਮੈਨੂੰ ਨਾ ਤਾਂ ਉਹਨੇ ਬਲਵੀਰ ਨਾਲ ਹੀ ਅਤੇ ਨਾ ਹੀ ਮਹਿੰਦਰ ਨਾਲ ਮਿਲਣ ਦਿੱਤਾ ਸੀ। ਇਸ ਬਾਰੇ ਵੀ ਮੈਨੂੰ ਕੁਝ ਨਹੀਂ ਸੀ ਦੱਸਿਆ ਗਿਆ ਕਿ ਉਹ ਮਹਿੰਦਰ ਨਾਲ ਇਕੱਲਿਆਂ ਕੀ ਗੱਲਾਂ ਕਰਦੀ ਹੈ। ਬਲਵੀਰ ਦੇ ਘਰ ਚਾਹ ਪੀਣ ਤੋਂ ਬਾਅਦ ਬੋਲੀ, ਮਹਿੰਦਰ ਸਮੇਂ ਸਿਰ ਫੈਮਿਲੀ ਸੈਂਟਰ 'ਚ ਨਹੀਂ ਆਉਂਦਾ, ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਕੰਮ ਮੈਂ ਉਹਦੇ ਨਾਲ ਹਰ ਹਫ਼ਤੇ ਕਰਦੀ ਹਾਂ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਮੇਰੇ ਨਾਲ ਗੱਲਬਾਤ ਤੋਂ ਬਾਅਦ ਮਹਿੰਦਰ ਘਰ ਚਲਾ ਜਾਂਦਾ ਹੈ ਅਤੇ ਹਫ਼ਤੇ ਭਰ ਦਾ ਘਰ ਦਾ ਮਾਹੌਲ ਮੇਰੇ ਕੀਤੇ ਸਾਰੇ ਕੰਮ 'ਤੇ ਪਾਣੀ ਫੇਰ ਦਿੰਦਾ ਹੈ। ਇਸ ਕਰਕੇ ਮਹਿੰਦਰ ਨੂੰ ਹੁਣ ਹੋਸਟਲ ਵਿੱਚ ਰੱਖਣਾ ਪਵੇਗਾ, ਜਿਸ ਵਾਸਤੇ ਕਚਹਿਰੀ ਵਿੱਚ ਜਾ ਕੇ ਆਰਡਰ ਲੈਣੇ ਪੈਣਗੇ। ਬਲਵੀਰ ਇਹ ਸੁਣ ਕੇ ਸੁੰਨ ਹੋ ਗਈ। ਉਹਨੇ ਰੋਣਾ ਸ਼ੁਰੂ ਕਰਤਾ ਅਤੇ ਸੋਸ਼ਲ ਵਰਕਰ ਅਡਵੀਨਾ ਦੀਆਂ ਮਿੰਨਤਾਂ ਕਰਨ ਲੱਗ ਪਈ ਕਿ ਮਹਿੰਦਰ ਨੂੰ ਹੋਸਟਲ ਵਿੱਚ ਨਾ ਲਿਜਾਵੇ, ਕਿਉਂਕਿ ਮਹਿੰਦਰ ਘਰ ਵਿੱਚ ਵੱਡਾ ਲੜਕਾ ਹੈ। ਇਸ ਗੱਲ ਦਾ ਬਾਕੀ ਬੱਚਿਆਂ ਉੱਤੇ ਵੀ ਬੁਰਾ ਅਸਰ ਪਵੇਗਾ, ਨਾਲੇ ਉਹ ਬਾਹਰ ਦੇ ਕੰਮਾਂ 'ਚ ਵੀ ਉਹਦੀ ਮਦਦ ਅੰਗਰੇਜ਼ੀ ਬੋਲ ਕੇ ਕਰਦਾ ਹੈ। ਬਲਵੀਰ ਬਹੁਤ ਦੇਰ ਰੋਂਦੀ ਰਹੀ ਅਤੇ ਮੇਰੇ ਵੀ ਤਰਲੇ ਕਰਨ ਲੱਗ ਪਈ ਕਿ ਮੈਂ ਹੀ ਕੁਝ ਕਰਾਂ। ਮੈਂ ਮਜਬੂਰੀ ਬਸ ਉਹਨੂੰ ਝੂਠੀ ਤਸੱਲੀ ਦਿੰਦਾ ਰਿਹਾ ਕਿ ਉਹ ਸਬਰ ਕਰੇ, ਸਭ ਠੀਕ ਹੋ ਜਾਣਾ। ਬਲਵੀਰ ਨੇ ਆਖਰੀ ਦਾਅ ਚਲਾਇਆ ਕਿ ਮੇਰੇ ਵੱਲੋਂ ਮਹਿੰਦਰ ਨੂੰ ਭਾਵੇਂ ਸਾਰਾ ਦਿਨ ਆਪਣੇ ਕੋਲ ਰੱਖ ਲਿਆ ਕਰੋ, ਪਰ ਰਾਤ ਨੂੰ ਘਰ ਭੇਜ ਦਿਆ ਕਰੋ। ਪਰ ਗੋਰੀ ਅਡਵੀਨਾ ਪੱਥਰ ਦਿਲ ਹੋਈ ਬੈਠੀ ਸੀ। ਉਹਨੇ ਬਲਵੀਰ ਦੀ ਕੋਈ ਗੱਲ ਨਾ ਮੰਨੀ ਅਤੇ ਦਫ਼ਤਰ ਆ ਕੇ ਆਪਣੇ ਮੈਨੇਜਰ ਨਾਲ ਸਾਰੀ ਗੱਲ ਤੈਅ ਕਰ ਲਈ ਅਤੇ ਕੋਰਟ ਨੂੰ ਅਰਜ਼ੀ ਦੇ ਦਿੱਤੀ। ਬਰਤਾਨੀਆ ਦੇ ਕਾਨੂੰਨਾਂ ਤੋਂ ਅਣਜਾਣ ਬਲਵੀਰ ਇਸ ਜ਼ਿਲ੍ਹਣ ਵਿੱਚ ਬੁਰੀ ਤਰ੍ਹਾਂ ਧੱਸਦੀ ਜਾ ਰਹੀ ਸੀ। ਸਰਕਾਰੀ ਢਾਂਚੇ ਨੂੰ ਬਲਵੀਰ ਨਾਲ ਕੀ ਹਮਦਰਦੀ ਹੋ ਸਕਦੀ ਸੀ। ਉਹਨਾਂ ਸੋਸ਼ਲ ਵਰਕਰ ਅਡਵੀਨਾ ਦੀ ਅਰਜ਼ੀ 'ਤੇ ਠੱਪਾ ਲਾ ਦਿੱਤਾ ਅਤੇ ਮਹਿੰਦਰ ਨੂੰ ਸਰਕਾਰੀ ਹਿਫਾਜ਼ਤ ਵਿੱਚ ਲੈ ਕੇ ਹੋਸਟਲ ਵਿੱਚ ਭੇਜ ਦਿੱਤਾ। ਬਲਵੀਰ ਨੂੰ ਦੁੱਖ ਸਿਰਫ ਆਪਣੇ ਗਏ ਗੁਜ਼ਰੇ ਖਾਵੰਦ ਦਾ ਹੀ ਨਹੀਂ ਸੀ, ਸਗੋਂ ਉਹਦੀ ਜਗਦੀ ਆਸ, ਉਹਦਾ ਦਿਲ ਦਾ ਟੋਟਾ ਮਹਿੰਦਰ ਵੀ ਬੁੱਝ ਰਿਹਾ ਸੀ। ਆਂਢ ਗੁਆਂਢ ਅਤੇ ਰਿਸ਼ਤੇਦਾਰ ਉਹਦੇ ਦੁੱਖਾਂ ਵਿੱਚ ਹੋਰ ਮਰੋੜੀਆਂ ਪਾ ਰਹੇ ਸਨ। ਮੈਂ ਆਪਣੇ ਆਪ ਵਿੱਚ ਬੜਾ ਪਰੇਸ਼ਾਨ ਸਾਂ ਕਿ ਮੇਰੇ ਹੱਥ ਇਸ ਸਰਕਾਰੀ ਨੌਕਰੀ ਨੇ ਬੰਨੇ ਹੋਏ ਸਨ ਅਤੇ ਸਭ ਕੁਝ ਜਾਣਦਾ ਹੋਇਆ ਵੀ ਮੈਂ ਬਲਵੀਰ ਦੀ ਮਦਦ ਕਰਨ ਤੋਂ ਅਸਮਰੱਥ ਸਾਂ। ਮਹਿੰਦਰ ਨੂੰ ਹੋਸਟਲ ਵਿੱਚ 12 ਹਫ਼ਤੇ ਰੱਖਿਆ ਗਿਆ। ਮੈਨੂੰ ਜੋ ਵੀ ਅਡਵੀਨਾ ਦੱਸਦੀ ਮੈਂ ਅਗਾਂਹ ਬਲਵੀਰ ਨੂੰ ਦੱਸ ਦਿੰਦਾ। ਮੈਨੂੰ ਅਡਵੀਨਾ ਨੇ ਇੱਕ ਦਿਨ ਵੀ ਮਹਿੰਦਰ ਨਾਲ ਗੱਲਬਾਤ ਨਾ ਕਰਨ ਦਿੱਤੀ। ਇੱਕ ਦਿਨ ਬਲਵੀਰ ਦਾ ਮੈਨੂੰ ਦਫ਼ਤਰ ਵਿੱਚ ਫੋਨ ਆਇਆ ਕਿ ਮਹਿੰਦਰ ਨੂੰ ਘਰ ਆਇਆ 1 ਹਫ਼ਤਾ ਹੋ ਗਿਆ ਹੈ ਅਤੇ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ। ਉਸ ਦਿਨ ਅਡਵੀਨਾ ਛੁੱਟੀ 'ਤੇ ਸੀ। ਮੈਂ ਮੈਨੇਜਰ ਕੋਲੋਂ ਇਜਾਜ਼ਤ ਲੈ ਕੇ ਬਲਵੀਰ ਨੂੰ ਮਿਲਣ ਘਰ ਚਲਾ ਗਿਆ। ਜਦ ਮੈਂ ਘਰ ਪੁੱਜਾ ਤਾਂ ਮਹਿੰਦਰ ਸੋਫਾ ਸੈੱਟ ਉੱਤੇ ਬੈਠਾ ਸੀ। ਉਹਨੇ ਬੂਟਾਂ ਸਮੇਤ ਲੱਤਾਂ ਮੋਹਰੇ ਪੈ ਮੇਜ਼ ਉੱਤੇ ਰੱਖੀਆਂ ਹੋਈਆਂ ਸਨ। ਕੰਨਾਂ ਵਿੱਚ ਮੁਰਕੀਆਂ ਅਤੇ ਸਿਰ ਦੇ ਵਾਲ ਗੁਲਾਬੀ ਕੀਤੇ ਹੋਏ ਸਨ। ਕੰਨਾਂ ਨੂੰ ਟੇਪ ਲਾ ਕੇ ਸਿਰ ਘੁਮਾ ਰਿਹਾ ਸੀ। ਮੈਨੂੰ ਦੇਖ ਕੇ ਸਤਿ ਸ੍ਰੀ ਅਕਾਲ ਤਾਂ ਕੀ ਕਹਿਣੀ, ਸਗੋਂ ਦੇਖਦੇ ਸਾਰ ਮੂੰਹ ਦੂਜੇ ਪਾਸੇ ਕਰ ਲਿਆ। ਮੇਰੇ ਬੈਠਣ ਸਾਰ ਹੀ ਬਲਵੀਰ ਫਿੱਸ ਪਈ। ਭਾਜੀ ਤੁਸੀਂ ਆਪ ਹੀ ਦੇਖ ਲਓ ਇਹਦੇ ਰੰਗ ਢੰਗ। ਜਿੱਦਣ ਦਾ ਹੋਸਟਲ ਤੋਂ ਘਰ ਆਇਆ ਇਹਨੂੰ ਸਾਡਾ ਕੁਝ ਵੀ ਚੰਗਾ ਨਹੀਂ ਲੱਗਦਾ। ਰੋਟੀ ਦਾਲ ਸਬਜ਼ੀ ਨੂੰ ਮੂੰਹ ਨਹੀਂ ਲਾਉਂਦਾ, ਹੋਰ ਹੀ ਅੰਗਰੇਜ਼ੀ ਖਾਣੇ ਦੀਆਂ ਗੱਲਾਂ ਕਰਦਾ ਜੋ ਮੇਰੀ ਸਮਝ ਤੋਂ ਬਾਹਰ ਆ। ਕਹਿੰਦਾ ਇੱਥੇ ਰਹਿ ਕੇ ਮੈਂ ਬੋਰ ਹੋ ਰਿਹਾ, ਇੱਥੇ ਕਰਨ ਨੂੰ ਕੁਝ ਨਹੀਂ। ਜਦ ਮੈਂ ਹੋਸਟਲ ਵਿੱਚ ਰਹਿੰਦਾ ਸੀ ਉਹ ਮੈਨੂੰ ਕਦੇ ਪਾਰਕ ਵਿੱਚ ਲੈ ਜਾਂਦਾ ਸੀ, ਕਦੇ ਸਾਈਕਲ ਚਲਾਉਣ ਵਾਸਤੇ, ਕਦੇ ਪਹਾੜਾਂ 'ਤੇ ਚੜ੍ਹਨ 'ਤੇ ਅਤੇ ਕਦੇ ਕਿਸ਼ਤੀਆਂ ਦੀ ਸੈਰ ਕਰਨ ਜਾਂਦੇ ਸੀ। ਹਰ ਹਫ਼ਤੇ ਸਿਨੇਮਾ ਲੈ ਕੇ ਜਾਂਦੇ ਸੀ ਅਤੇ ਪਾਕਟ ਮਨੀ ਜੇਬ ਖਰਚ ਵੀ ਦਿੰਦੇ ਸੀ। ਹੋਸਟਲ ਵਿੱਚ ਰਹਿ ਕੇ ਇਹ ਇੱਕ ਹੋਰ ਚੰਦ ਵਿਚਾੜ ਆਇਆ। ਉੱਥੇ ਕਿਸੇ ਗੋਰੀ ਕੁੜੀ ਨਾਲ ਇਸ਼ਕ ਵਿੱਚ ਫਸ ਗਿਆ। ਕੀ ਇਹਦੀ ਉਮਰ ਆ ਅਤੇ ਕੀ ਇਹ ਕਰਤੂਤਾਂ ਕਰਦਾ? ਭਾਜੀ ਤੁਸੀਂ ਇਹਨੂੰ ਕੁਝ ਸਮਝਾਓ, ਮੇਰੀ ਤਾਂ ਇਹ ਇੱਕ ਨਹੀਂ ਸੁਣਦਾ।
मैं जां कोई होर नियाणा इहनूं कुछ कहीए तां टुट के पैंदा। इहदे चाले घर रहण दे नहीं, ये तां होस्टल दे ही गुण गाउंदा। मैं मिंदर नाल गल करन दी कोशिश कीती पर उठ के उपर बैडरूम में चला गया। उसदी माँ ने बथेरियां बाजां मारियां पर वो हेठां ना आया। मैं थोड़ी देर बैठ के वापस दफ्तर आ गया। अजे दो दिन नहीं सन गुजरे कि मिंदर ने एक दुकान तो फिर सीटां चोरी कर लियां ਅਤੇ ਰਵੀਨਾ ने उन्होंने फिर होस्टल में भेज दिता। असल में मिंदर ने यह कारा किया ही इस करके सी कि होस्टल में जा सके। मिंदर को सुधारन की बजाय अडवीना ने बलवीर को दोष देना शुरू करता। तू मिंदर को घर का काम करवाउंदी आ, तैनूं नियाणिਆਂ ਨੂੰ पालना नहीं आता। मिंदर होस्टल में बड़ी चंगी तरह रहिंदा सी, तू घर में ਉਹਦੀਆਂ आदतां खराब कर दित्तियां। मैनूं तेरे बाकी नियाणिਆਂ बारे भी सोचना पवेगा कि उन्हां दा की कीता जावे। ज़्यादा गल्लां करके अडवीना वापस दफ्तर आई तो मेरे को रिहा ना गया। मैनूं लगा कि हर गल की हद हुंदी है और अडवीना ये हद पार कर गई सी। मैं अडवीना नूं कहा कि वह बलवीर नूं दोष देना बिल्कुल गलत है और महिंदर नूं बिगाड़ में डिपार्टमेंट का बहुता दोष है। जिस ढंग नाल बलवीर ते महिंदर नाल काम किया गया है वो एशियन सभ्याचार मेल नहीं खाता। महिंदर ते पश्चिमी सभ्याचार ठोसिया जा रहा है और सारे केस का ताना उलझा पिया है। मेरिया सच्चियां गल्लां अडवीना नूं कद रास आ सकदियां सन। उन्हें मेरी शिकायत की। मैनेजर मैनूं दफ्तर सद लिया तो कहा तू इत्थे बतौर दिभाषी दे काम कर रहा ना कि सोशल वर्कर जां किसी सभ्याचार बारे ज्ञान देण दी। जिस आधार से तेनों नौकरी दी गई सी उन्हां हदायतां मुताबक ही तेनों काम करना पवेगा। मैं इस बारे ऐतकी तेनों सिर्फ जवानी कलामी चेतावनी ही दिंदा हाँ। अगे तो कोताही हुई तो आगाह का कदम पुट्टिया जाएगा। तेनों महकमे नाल वफादारी करनी चाहिए है ना कि किसी होर नाल। तेनों ये ख्याल रखना चाहिए है कि तनख्वाह तेनों महकमा दिंदा है। मैं अपने वालों सफाई पेश करने की कोशिश की पर मैनेजर मेरी कोई गल ना सुनी। मैं रेस रिलेशनस एक्ट और ईक्वल अपॉर्चुनिटीज़ पॉलिसी का भी रौला पाया पर मेरिया दिलियां का कोई असर ना होया। इस तो बाद मैनू इस केस से अडवीना नाल काम करने तो हटा दिता गया। महिंदर ते बलवीर के बच्चों का की बनया मैनू अज तक नहीं पता। इस घटना ने मेरे उत्ते इन्ना डूंगा असर किया कि मैं उस दिन तो ही ठान ली कि सोशल वर्क का कोर्स जरूर करना है ताकि जिन्ना हो सके एशियनां नूं नस्लवाद की पट्ठी में जलन तो बचाया जा सके। और देख ला हुण मैं बतौर क्वालीफाइड सोशल वर्कर काम कर रहा हाँ। ये तो सी जी मेरा ये छोटा जिहा लेख जिहड़ा मैं स्टोरी यानी कि जिहड़ी तुहाडे नाल मैं साझी की जिहड़ी कि सच्ची कहानी है। तुसीं इहदे बारे की सोचते हैं? तुसीं इहो जिहा कोई जिहड़ा कोई तुहाडे नाल वाकिया होया होवे जिथे तुसीं देखिया होवे कि किसी नाल यानी कि जिहड़ा हैगा वो धक्का हो रहा जां तुहानूं लग्गा भी उत्थे डिस्क्रिमिनेशन यानी कि हुई सी, रेसिज्म यानी कि होया सी। ये तौर तो मैं सुनना चाहना। तुसीं बहुत सारे किस्से जानते होने तुहाडे नाल भी जॉबां ते गोरिਆਂ ने कई तरह का रेसिज्म किया होना, डिस्क्रिमिनेशन की होनी है। जान के कई गल्लां जिहड़ियां साडे सभ्याचार दीयां हैगीआं उन्हां बारे जिहड़ा हैगा उन्हां नूं कई वारी समझ नहीं हुंदी। ते उस टाइम ते तुसीं यानी कि उस टाइम ते की कीता सी, तुसीं किद्दां यानी कि फील कीता सी? मैं तुहाडे तो सुनना चाहना। साडी टैलीफोन लाइन जिहड़ियां खुल्लियां हैगीआं, नंबर जिहड़ा हैगा वो स्क्रीन दे थल्ले भी आ रहा हैगा 0300 770 2246। क्योंकि इहो जिहियां जिहड़ियां गल्लां हैगीआं मैं अपने प्रोफैशन दे विच बहुत सारियां देखियां हैगीआं ते बहुत सारियां बच्चियां नूं ते बहुत सारे बच्चों नूं बचाउण दी भी कोशिश की है। मैं मनदा मतलब जिहड़े साडे लोक उत्थों आउंदे है उन्हां नूं इत्थे दीयां कायदे कानूनां दा नहीं कुछ पता हुंदा ते कई वारी जिहड़ियां वो आदतां पईयां पक्कियां आदतां पईयां हुंदियां हैगीआं उन्हां तो निजात पाउणी एडी सिखाली नहीं हुंदी है। कई वारी असीं बच्चों नूं चपेड़ मार दिंदे आ जां कई वारी बच्चों नाल जिहड़ा हैगा कोई होर बदसलूकी करते हैं जां उन्हां नूं कोई खाना नहीं दिंदे हैगे ते इन्हां बच्चों नूं स्कूलों में दस्सिया जांदा हैगा भी तुहानूं किद्दां इनके रखिया जाना चाहिए। जे तुहाडे नाल कोई किस तरह की बदतमीजी कोई करता है घर में करता तो जे स्कूल में टीचर नूं दस दिंदे आ तो उस तो बाद फिर जिहड़ा टीचर हैगा वो सोशल सर्विस में सद लेंदा तो उस तो बाद फिर कार्रवाई ये शुरू हो जाती है। बहुत सारे केसेज यानी कि मैं देखे है, बहुत सारिया फैमिलीज़ में बचाया भी हैगा जिथे यानी कि उन्होंने बच्चे नहीं तो जोड़े सारे घर के बच्चे जोड़े 2 या 3 जिन्हें बच्चे से उन्होंने ले आया जा सकता सी। पर मैं अपने प्रोफैशन की गल यानी कि इस करके कर रहा क्योंकि मैं सारी उम्र सोशल सर्विस में काम किया तो सोशल वर्कर्स ने भी जोड़ा है वो 16-17 साल यानी कि पढ़ाया है यूनीवर्सिटियों में। तो जिसों तक यानी कि गल ये है भी हाँ जी ये गल कहनी कि जोड़े साडे बच्चे है वो मेरी जायदाद हैगी आ, इस मुल्क में बच्चे तुहाडी जायदाद नहीं है। जे तुसीं बच्चों नाल किस तरह की भी कोई बदसलूकी करते हैं तो गौरमेंट जी हैगी कहती बच्चे ये साडी यानी कि जिम्मेवारी है तो दे आर नॉट योर प्रॉपर्टी एट होल। सो इस करके इत्थे जिहड़ा साडा क्लैश यानी कि हुंदा हैगा पर उन्होंने कई बार संभिया जा सकता है
ਸਵੀਟਾਂ ਚੋਰੀ ਕਰਨ 'ਤੇ ਐਡੀ ਵੱਡਾ ਜਿਹੜਾ ਐਕਸ਼ਨ ਲੈਣਾ, ਮੈਂ ਸਮਝਦਾ ਵੀ ਇਹ ਬਹੁਤ ਵੱਡਾ ਐਕਸ਼ਨ ਸੀਗਾ। ਅਤੇ ਨਾਲ ਫਿਰ ਜਿਹੜਾ ਹੈਗਾ ਇੰਟਰਪ੍ਰੇਟਰ ਨੂੰ ਵੀ ਬਿਲਕੁਲ ਉਹਨਾਂ ਕੋਈ ਸਲਾਹ ਨਹੀਂ ਕਰਨੀ, ਉਹਨੂੰ ਕੁਛ ਦੱਸਿਆ ਨਹੀਂ ਵੀ ਕੇਸ ਵਿੱਚ ਕੀ ਕੁਛ ਹੋ ਰਿਹਾ ਹੈਗਾ। ਇਹ ਬਿਲਕੁਲ ਹੀ ਬਹੁਤ ਵੱਡੀ ਜਾਤੀ ਸੀ ਇਸ ਕੇਸ ਦੇ ਵਿੱਚ ਵੀ। ਹੋਰ ਬਹੁਤ ਸਾਰੇ ਕੇਸਿਸ ਵੀ ਹੋਇਆ, ਮੈਂ ਜਾਣਦਾ ਹੈਗਾ ਬਹੁਤ ਸਾਰੇ ਕੇਸਿਸ ਨੂੰ। ਕੁਛ ਕੇਸਿਸ ਦੇ ਵਿੱਚ ਕਿਉਂਕਿ ਗਲਤ ਇੰਟਰਪ੍ਰੀਟੇਸ਼ਨ ਹੋਣ ਕਰਕੇ ਕੁਛ ਬੱਚਿਆਂ ਨੂੰ ਕੇਅਰ ਵਿੱਚ ਲੈ ਲਿਆ ਸੀ, ਅਤੇ ਉਹ ਮਾਂ ਬਾਪ ਵਿਚਾਰੇ ਜਿਹੜੇ ਸੀਗੇ ਉਹ ਰੋਂਦੇ ਪਿੱਟਦੇ ਰਹਿ ਗਏ, ਪਰ ਉਹ ਬੱਚੇ ਕਦੀ ਵਾਪਸ ਨਹੀਂ ਆਏ। ਤੁਸੀਂ ਜਾਣੀ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਹੈਗਾ। ਜਿਸ ਤਰ੍ਹਾਂ ਮੈਂ ਦੱਸਿਆ ਸੀ, ਟੈਲੀਫੋਨ ਲਾਈਨ ਸਾਡੀਆਂ ਖੁੱਲ੍ਹੀਆਂ ਹੈਗੀਆਂ। ਤੁਹਾਡੇ ਨਾਲ ਕੰਮ 'ਤੇ ਡਿਸਕ੍ਰਿਮੀਨੇਸ਼ਨ ਕਿਸੇ ਵੇਲੇ ਹੋਈ ਹੋਵੇਗੀ। ਮੇਰੇ ਨਾਲ ਵੀ ਡਿਸਕ੍ਰਿਮੀਨੇਸ਼ਨ ਹੋਈ ਹੈ ਬਹੁਤ ਵਾਰੀ। ਮੈਂ ਆਪਣੀਆਂ ਸਟੋਰੀਆਂ ਬਹੁਤ ਸਾਰੀਆਂ ਦੱਸ ਸਕਦਾ ਵੀ ਮੇਰੇ ਨਾਲ ਕਿੱਥੇ ਕਿੱਥੇ ਡਿਸਕ੍ਰਿਮੀਨੇਸ਼ਨ ਯਾਨੀ ਕਿ ਹੋਈ ਅਤੇ ਕਿੱਦਾਂ ਯਾਨੀ ਕਿ ਹੋਈ ਹੈਗੀ ਆ। ਮੈਂ ਇਹ ਸਮਝਦਾ ਵੀ ਜਿਹੜੇ ਸਾਡੇ ਮਾਂ ਬਾਪ ਉੱਥੋਂ ਆਉਂਦੇ ਵੀ ਸੀ, ਯਾਨੀ ਕਿ ਜਾਂ ਜਿਹੜੇ ਬੱਚੇ ਹੁਣ ਵੀ ਉੱਥੇ ਆਉਂਦੇ ਹੈ, ਖਾਸ ਕਰਕੇ ਔਰਤਾਂ, ਯਾਨੀ ਕਿ ਉਹਨਾਂ ਨੂੰ ਕੁਛ ਉਹਨਾਂ ਦੇ ਹੱਕਾਂ ਬਾਰੇ ਉਹਨਾਂ ਨੂੰ ਯਾਨੀ ਕਿ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਜੇ ਤੁਹਾਡਾ ਇੱਥੇ ਧੱਕਾ ਹੁੰਦਾ ਹੈਗਾ ਅਤੇ ਤੁਹਾਡੇ ਹੱਕ ਕੀ ਹੈ। ਅਤੇ ਅੰਗਰੇਜ਼ੀ ਦੀ ਮੁਹਾਰਤ ਜਿਹੜੀ ਹੈ, ਜਿਹੜੀ ਬੋਲੀ ਹੈ ਆਉਣੀ, ਉਹ ਵੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਬੋਲੀ ਤੁਹਾਨੂੰ ਨਹੀਂ ਆਉਂਦੀ ਹੈਗੀ ਤਾਂ ਫਿਰ ਤੁਸੀਂ ਬਹੁਤ ਸਾਰੀਆਂ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਆ। ਅਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਅਤੇ ਬਹੁਤ ਸਾਰੇ ਮਾਪੇ ਜਿਹੜੇ ਹੈਗੇ ਆ, ਇਸ ਖਲਜਗਨ ਦੇ ਵਿੱਚ ਪੈ ਕੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ। ਮੈਨੂੰ ਯਾਦ ਹੈ ਇਟਲੀ ਵਿੱਚ ਇੱਕ ਮੇਰਾ ਦੋਸਤ ਸੀਗਾ, ਉਹਨੇ ਵੀ ਸ਼ਾਇਦ ਆਪਣੀ ਬੱਚੀ ਦੇ ਪਤਾ ਨਹੀਂ ਕਿਸੇ ਗੱਲ ਕਰਨ ਕਰਕੇ ਜਿਹੜਾ ਸੀਗਾ ਉਹਦੇ ਹੱਥ ਚੱਕ ਲਿਆ ਸੀ ਉੱਤੇ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਬੱਚੀ ਸੀ ਉਹ ਸੋਸ਼ਲ ਸਰਵਿਸ ਵਾਲੇ ਉੱਥੋਂ ਜਿਹੜਾ ਸੀਗਾ ਉਹਨਾਂ ਦੇ ਘਰ ਤੋਂ ਲੈ ਗਏ, ਅਤੇ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਹੈਗਾ ਉਹ ਵਾਪਸ ਯਾਨੀ ਕਿ ਬੱਚੀ ਆਈ। ਅਤੇ ਫਿਰ ਮੈਂ ਉਹਨੂੰ ਸਮਝਾਇਆ ਵੀ ਤੈਨੂੰ ਯਾਨੀ ਕਿ ਕੀ ਕਰਨਾ ਚਾਹੀਦਾ ਹੈਗਾ, ਤੈਨੂੰ ਬੱਚੇ ਦੇ ਹੱਥ ਨਹੀਂ ਲਾਉਣਾ ਚਾਹੀਦਾ, ਬੱਚੇ ਦੀ ਗੱਲ ਜ਼ਰੂਰ ਸੁਣੋ, ਉਹਨਾਂ ਨੂੰ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈਗਾ, ਪਰ ਦੈਟਸ ਨਾਟ ਦਾ ਵੇ ਫੋਰਵਰਡ। ਰੇਸਿਜ਼ਮ ਯਾਨੀ ਕਿ ਹੁੰਦਾ ਹੈਗਾ ਇਹ ਸਮਾਜ ਦੇ ਵਿੱਚ, ਆਪਾਂ ਨੂੰ ਪਤਾ ਹੈ, ਜਿਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਜਾਤ ਪਾਤ ਦਾ ਕੋਡ ਹੈਗਾ। ਇਹ ਮੈਂ ਤੁਹਾਡੇ ਤੋਂ ਵੀ ਸੁਣਨਾ ਚਾਹੁੰਦਾ ਹੈਗਾ। ਜਿਸ ਤਰ੍ਹਾਂ ਮੈਂ ਦੱਸਿਆ ਹੈਗਾ, ਸਾਡੀਆਂ ਟੈਲੀਫੋਨ ਲਾਈਨ ਯਾਨੀ ਕਿ ਖੁੱਲ੍ਹੀਆਂ ਹੈਗੀਆਂ, ਤੁਸੀਂ ਟੈਲੀਫੋਨ ਕਰੋ ਅਤੇ ਆਪਣੇ ਵਿਚਾਰ, ਜਿਸ ਤਰ੍ਹਾਂ ਅੱਗੇ ਵੀ ਤੁਸੀਂ ਦਿੰਦੇ ਹੁੰਦੇ ਵਿਚਾਰ, ਜ਼ਰੂਰ ਅੱਜ ਦਿਓ। ਤੁਸੀਂ ਇਹਦੇ ਬਾਰੇ ਕੀ ਸੋਚਦੇ ਆ, ਇੱਦਾਂ ਦੇ ਕੇਸ ਜਿਹੜੇ ਹੈਗੇ। ਅਤੇ ਇਸ ਕਰਕੇ ਮੈਂ ਮਹਿਸੂਸ ਕਰਦਾ ਲਿਆ ਵੀ ਜਿਹੜਾ ਹੈਗਾ ਇਹਨਾਂ ਗੱਲਾਂ ਬਾਰੇ ਸਾਨੂੰ ਜਿਹੜਾ ਚੇਤਾਵਨੀ ਯਾਨੀ ਕਿ ਜ਼ਰੂਰ ਹੋਣਾ ਚਾਹੀਦਾ ਵੀ ਇੱਥੇ ਦੇ ਕਾਇਦਾ ਕਾਨੂੰਨ ਕੀ ਹੈਗਾ, ਉਹਨਾਂ ਬਾਰੇ ਸਾਨੂੰ ਕੀ ਕੁਛ ਕਰਨਾ ਚਾਹੀਦਾ ਹੈਗਾ, ਸਾਨੂੰ ਕਿਸ ਚੀਜ਼ ਦਾ ਯਾਨੀ ਕਿ ਖਿਆਲ ਰੱਖਣਾ ਚਾਹੀਦਾ ਹੈਗਾ। ਇਹ ਜਿਹੜੀ ਗੱਲ ਹੈਗੀ ਆ, ਜਿਹੜੀ ਇੰਡੀਆ ਵਾਲੀ ਗੱਲ ਹੈਗੀ ਆ, ਆਪਾਂ ਜਿੱਦਾਂ ਇੰਡੀਆ ਵਿੱਚ ਸੀਗੇ, ਜੰਮੇ ਪਲੇ ਸੀਗੇ, ਸਾਨੂੰ ਜਿੱਦਾਂ ਪੜ੍ਹਿਆ ਗਿਆ ਹੈਗਾ, ਸਕੂਲਾਂ ਵਿੱਚ ਉੱਥੇ ਕੁੱਟਮਾਰ ਹੁੰਦੀ ਸੀ, ਇੱਥੇ ਸਕੂਲਾਂ ਵਿੱਚ ਕੁੱਟਮਾਰ ਨਹੀਂ ਹੁੰਦੀ ਹੈ। ਤੁਸੀਂ ਇੱਥੇ ਬੱਚਿਆਂ ਨੂੰ ਜਿਹੜਾ ਹੈਗਾ ਨਹੀਂ ਮਾਰ ਸਕਦੇ, ਚਪੇੜ ਨਹੀਂ ਮਾਰ ਸਕਦੇ ਹੈਗੇ, ਉਹਨਾਂ ਨੂੰ ਤੁਸੀਂ ਸਮੈਕਿੰਗ ਵੀ ਨਹੀਂ ਕਰ ਸਕਦੇ, ਉਹ ਵੀ ਇੱਥੇ ਕਾਨੂੰਨ ਬਣ ਰਿਹਾ ਹੈਗਾ। ਅਤੇ ਤੁਸੀਂ ਬੱਚਿਆਂ ਨੂੰ ਇਕੱਲੇ ਛੱਡਦੇ ਹੈਗੇ ਤਾਂ ਫਿਰ ਵੀ ਸਾਨੂੰ ਖਤਰਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? हेलो, मैं बंगलुरु से बोल रही हूँ। हाँ जी, की कहना चाह रहे हैं? बहुत अच्छा, क्योंकि मेरे को अपना सारा याद आ रहा है पास की क्या क्या हुआ पीछे। हाँ। मैं सबसे पहले मैं ये बताऊंगी कि स्कूल की बात है। हमारे यहाँ पड़ोस में एक लेडी थी, उसका लड़का स्कूल में पढ़ता था, वो ईयर 1 में था। हाँ। तो जब वो वहाँ पर गई तो उसने टीचर से बोला, पेरेंट्स इवनिंग की रिपोर्ट थी, तो वो बोलती कि मैं इस टाइम पे नहीं आ सकती हूँ, तो ऐसा हो सकता है कि मुझे दूसरा टाइम दे दिया जाए। तो टीचर बोली नो, अगर आप इस टाइम पे नहीं आएंगे तो मत आओ, अगर आपको कोई इसका आपको दूसरा टाइम नहीं दे सकती। तो वो चली गई। तो वो मैं भी अपनी बेटी के लिए गई थी, तो मुझे वो पूछती कि मेरे को ऐसा क्या, मैं कहा चल मैं तेरे से चलती हूँ। मैं क्लास टीचर के पास में एक्सक्यूज मी की इंग्लिश बोले, मैं कहा कि ये देखो ये इनके पास समय नहीं है, टाइम नहीं है, तो इनके लिए मैं ही अवेलेबल हूँ कि मैं अपनी बेटी के लिए आऊँगी पेरेंट्स इवनिंग वाले दिन, तो मैं इसके साथ बैठूंगी कि मैं इंग्लिश बोल सकती हूँ, मैं बता सकती हूँ कि नहीं हम नहीं करेंगे। इंग्लिश में बोले नो हैवन को टाइम। तो उसने ऐसा बोला, मैंने बोला ठीक है, दैट्स फाइन, वी विल गो एंड सी द हेड टीचर। मैं कहा मैं टीचर से बात करते हैं, तो वो देखते क्या कहते हैं। उसके इसमें रुको। फिर जब मैंने हेड टीचर का नाम लिया तो उसने स्ट्रेट में कहा कि हाँ ठीक है वेट करो, मैं आपके लिए देखती हूँ अगर कहीं जगह निकल जाए। तो फिर उसे टाइम दे दिया। तो मैंने सोचा अगर मैं इसके साथ ना आती, जो मेरे साथ गई है, जिससे इसके बच्चे के लिए मैं गई हूँ, तो इसे तो टाइम देना ही नहीं था, उसको तो बेचारी को रफा दफा कर देना था। यानी अगर हमारे पेरेंट्स को इंग्लिश नहीं आती है तो अकेली ये नहीं, ऐसे कितने ही लोग होंगे जिनके साथ ये स्कूल में होता है। पेरेंट्स ही नहीं जाते, अगर उनको इंग्लिश लैंग्वेज नहीं है तो उनको इंटरप्रेटर की जगह कोई रखना चाहिए। तो उसको
जिससे कि वो अपनी बात उसको समझा सके और वो समझ सके उसमें बच्चों को क्या प्रॉब्लम है। दूसरा मैं देखती हूँ कि वो बच्चों को क्या करते हैं पेरेंट्स इवनिंग वाले दिन, अगर आपका बच्चा कमजोर है किसी सब्जेक्ट में, उन्हें बताना चाहिए कि आपके बच्चे को इंग्लिश में जरूरत है, कम है या मैथ्स पुअर है, ये वो ये नहीं बोलते। पेरेंट्स चाहते हैं हमारा बच्चा कैसा है। वो जो गए हैं वो पेरेंट्स अपने बच्चे की पढ़ाई के लिए गए हैं, स्टडी की तरफ कुछ नहीं। तो बच्चा क्या बोलते हैं, यार आपका बच्चा बिल्कुल ठीक है, बहुत अच्छा है, सबके साथ मिलजुल कर रहता है, प्ले ग्राउंड में भी बहुत अच्छा है, जैसे कहते हैं वैसे करता है, बड़ा फ्रेंडली है, हमें बहुत अच्छा लगता है। ये सब कुछ बताते जाएंगे, पर एक बात भी ये नहीं कहेंगे कि आपका बच्चा जो है उसको वो मैथ्स में कमजोर है या इंग्लिश में कमजोर है या हिस्ट्री में या रिलीजियस स्टडी में, या ये कुछ नहीं बताएंगे। इसको कहाँ हेल्प चाहिए, कितना पीछे है। अगर वो बच्चा पीछे है तो क्यों है, आपके पढ़ाने का तरीका ठीक नहीं है, इसका मतलब जो बच्चा पीछे क्यों है। फिर उन्होंने डिफरेंट टेबल बनाए हुए हैं, टॉप टेबल, रेड, ब्लू टेबल, येलो टेबल, दिस। पर उन बच्चों में मैंने एक से बात की, कहती मेरा बच्चा सबसे होशियार है पर वो लो टेबल में बैठा हुआ है। पर भाई किस लिए, क्योंकि उसकी माँ उधर जाके बोल के आ गई थी स्कूल में टीचर्स को कि मेरा बच्चा तो ये सब कुछ आता है, उसको क्यों पीछे बिठाया। तो ना ठीक है। तो मैंने उसे बोला देखो टीचर कुछ भी कहे, तुम्हारा बच्चा तो टॉप है, तुम्हें मालूम है, इनसे लड़ाई झगड़ा छोड़ो, ये और कुछ करेंगे। तो इसी तरह मैंने स्कूल में काम किया है। वहां पर मैं जब वहां काम करती, मेरा जो रोल था, मैं बच्चों को पढ़ाती थी, बच्चों को समझाती थी और मैं देखती थी। जब मैं देखती थी कोई बच्चा के साथ कुछ ऐसा वैसा हो रहा है तो मैं किसी टीचर को नहीं बोलती थी, सीधा जाके माँ को पकड़ती थी, देख तेरे बच्चे के साथ ये हो रहा है, अपने बच्चे को ना घर में ले जाकर ये सब कुछ करा। जितने भी बच्चे, सारे पेरेंट्स मेरे से बहुत खुश थे। और मैं मेरा जो हेड टीचर था बहुत ही अच्छा था, मैं कह नहीं सकती कि ऐसा हेड टीचर होगा। जब मैं जो बातें मैं पेरेंट्स को कहती थी, मैं अपने हेड टीचर को भी कहती थी, मैं उनको ऐसे कह के आई हूँ, अगर वो आपके पास आएंगे तो आपको पता होना चाहिए कि मैंने पेरेंट्स को क्या कहा है, हाउ दे कैन हेल्प देयर चिल्ड्रन एट होम। अगर स्कूल से नहीं हो रहा तुम करो, तो उसको पता होता था, ट्रस्ट मी। और मैंने इतने साल काम किया वहाँ, और मेरी बड़ी वो रिस्पेक्ट, पर मैंने ये भी देखा कई पेरेंट्स जब वो देके जाते थे मुझे क्रिसमस के दिन प्रेजेंट देके जाते थे या चॉकलेट्स बार देके जाते थे, तो वो मुझे नहीं देती थी। एक स्पेशल क्लास थी, बाकी नहीं, एक क्लास थी, वो टीचर मुझे देते नहीं थे। तो बच्चे के पेरेंट के फोन आया, कहती तुम्हें मिल गया वो चॉकलेट का डब्बा। मैंने बोला कौन सा, कहती मैंने भेजा था। मैंने बोला नहीं मुझे नहीं मिला, चलो वो दे देंगे मुझे। वो फिर उसने पूछा नेक्स्ट डे, मैं नहीं दिया। कहते डोंट वरी, मे बी उनको मिक्सअप हो गए होंगे, मैं तुम्हें एक और डब्बा भेजती हूँ। वो बेचारी ने सारे स्टाफ के साथ उस क्लास के जिस क्लास में उसका बच्चा पढ़ता था मेरे लिए फिर भेजा। जब सेकंड वाला भेजा तो मैं उस क्लास में बैठी हुई थी, तो उन्होंने वही डब्बा एक वहाँ जो आते हैं ना अपना वर्क एक्सपीरियंस के लिए, वो लड़की को दे दिया। मैं देख रही, मैंने कुछ नहीं बोला, मुझे डजंट मैटर, क्योंकि बोलने का मतलब ये है कि वो आपके पीछे पड़ जाएंगे। मैंने कुछ नहीं कहा। फिर उसका फोन आया, आपको मिल गया। मैंने बोला नहीं सॉरी, उन्होंने मुझे नहीं दिया। उसने फिर जो बच्चा जो था वो बस में आता था, मिनी बस में, स्पेशली स्कूल था, उसने उस गाइड को कहा कि ये जो चॉकलेट का डब्बा थर्ड टाइम मैं दे रही हूँ, ये उसके हाथ में देना है। तो वो बोलती ठीक है। और जब मैं वहां पर मेरी ड्यूटी थी, बात पर जब बसेस आ रही थी तो मैं उन बच्चों को देख रही थी ठीक ठाक आ रहे हैं, तो सारे स्टाफ के वहाँ लगती है ड्यूटी। तो उसने आकर मेरे पास डब्बा देकर नीरन, उसने मेरे को कहा कि ये देखो ये उस फीजा जो भी है वो बच्चा है उसका, तुम्हें मैं ये डब्बा दे रही हूँ। उन्होंने डब्बा मुझे दे दिया। इसी तरह उसी क्लास में, सेम क्लास में एक और पेरेंट, उसने मुझे स्कार्फ दिया। तो वो स्कार्फ मुझे मिला ही नहीं। तो मैंने बोला मुझे नहीं मिला, देखा अब तू ये बात ना मुझसे दोबारा मत कहना, तू सीधा अपने हेड टीचर से बोल या डिप्टी हेड से बोल कि मैंने वो स्कार्फ भेजा, उसको मिल गया कि नहीं मिल गया। तो मेरे को ये था कि अगर मैं कहती हूँ नहीं मिला, ये इसको मिल गया होगा या नहीं मिला, तो उसे सीधा हेड टीचर से और डिप्टी हेड से बात की, तो उन्होंने फटाफट मुझे लाकर दे दिया। उस
की डिप्टी हेड कहती मुझे सॉरी ये ना मेरे पास था, मुझे मालूम था वो डिप्टी हेड बहुत शी इज वेरी नाइस वुमन, वेरी वेरी नाइस, शी कांट बी होल्ड लाइक दैट, वो नहीं होल्ड कर सकती थी, तो मुझे लाके दिया। ये ऐसी छोटी छोटी बातें और होती हैं। वहां पर एक टीचर थी गुजराती, उसके साथ भी होता था। क्लासरूम असिस्टेंट की जॉब होती है कि बच्चों को देखे। जब दूसरी टीचरों के साथ वो काम करती थी क्लासरूम असिस्टेंट, तब तो कुछ नहीं होता था, पर जब वो टीचर एज ए टीचर क्लास में आती थी तो वो बच्चे का चेयर फेंक रहे या कुछ भेजे कुछ स्पेशल वो हेल्प नहीं करती थी। यानी ये वो लोग ये नहीं, जबकि मेरे को ये पता है कि जो स्कूलों में आपकी फर्स्ट प्रायोरिटी चाइल्ड है, बच्चे को कुछ नहीं होना चाहिए। अगर कोई एक एडल्ट गिर गया हो और बच्चा गिर गया हो तो हमारी जॉब है बच्चे को उठाना, बच्चे को लुक आफ्टर करना। सो मैनी थिंग ऐसी थी। एक और था मुझे अभी तक याद आ रहा है, जैसे कि आपने बताया एक फैमिली को मैं जानती हूँ, उनकी लड़की ना इंडिया गई, मैं वो छोड़ के आ गए थे कि उनके 2 बच्चे और थे, तो अपनी नानी के पास छोड़े। जब वो लड़की वापस यहाँ आई तो वो मेरे का ईयर 2 और ईयर 3 में थी, तो वो बोलती नहीं थी, वो चुप रहती थी, क्योंकि इतने सालों बाद अपने माँ बाप के पास आई थी, भाई बहन थे। वो लड़की को उन्होंने किस तरह करके बुलवाया, बोलने लग गई, वो साइकिल पे बैक गार्डन में गिर गई, उसे चोट लग गई। नेक्स्ट डे वो गई स्कूल में, तो टीचर पूछे क्या हुआ, वो लड़की बोलती नहीं थी, सहमी हुई थी क्योंकि इंडिया से आई हुई थी। उन्होंने सोशल वर्कर बुलाया और उसके लड़की को उठा के ले गए। बाकी दोनों बच्चे वो कहते रह गई, साइकिल से गिरी है इसके लिए चोट लगी, पर उन्होंने बहुत कहा कुछ नहीं। फिर वो उसको कहते तुम मिलने आ सकते हो, वो सारे माँ बाप सारे मिलने जाए उससे अपनी बेटी को जहाँ पर वो बुलाते थे। तीनों ने वो लड़की एक इंडियन फैमिली को दे दी, एशियन फैमिली को। वो एशियन फैमिली में जो लेडी थी ना, उसने फिर उनसे कहा कि ये बच्चा ना अपने माँ बाप के पास जाना चाहती है, इसको इसके माँ बाप के पास भेज दो। इसको इसके माँ बाप ने कुछ नहीं किया। जब उसने कहा तब वो बच्चे को उन्होंने बैक टू देयर पेरेंट्स को दिया, और आज वो लड़की जो है उसने इंग्लिश में और क्या इंग्लिश में जो उसे एमए किया या समथिंग लाइक दैट, वेरी शी इज वेरी ऑन गुड जॉब। अदरवाइज अगर ये छोटी छोटी बातें हैं, इनको चाहिए हमारा कल्चर देखे। अगर बच्चा आंख हमारे कल्चर में ये चीज है कि बच्चा आंख देख के बातें नहीं करता, अगर करता है तो हमारे लोग इंडिया में लोग कहते हैं और तू अखा मिला के काम कर दे, समथिंग लाइक दैट। तो ये इनके कल्चर में ये है कि तुम आंख से आंख मिला के देखो, अगर आंख से आंख मिला के बात नहीं करते हो इसका मतलब समथिंग रॉन्ग। तो मुझे तो स्कूलों की बातें इतना पता कि ये सब कुछ चलता रहा है, और ये जॉबों में भी होता है। मैं कुछ देर के लिए मैंने डे केयर सेंटर ऑफिसर की जॉब की थी। जब मैंने वहां जॉब की, मुझे डे केयर सेंटर ऑफिसर बनाया गया। मैं किसी की कोई छुट्टी पे गया था, उसकी जगह पर मैं लगी थी। पहले जब मेरे को जॉब मिल गई तो उन्होंने लेटर नहीं भेजा मुझे कि यू गॉट द जॉब। नो, मैं एशियन थी या कोई और रीजन था, मुझे मालूम नहीं। उसके बाद दोबारा हमने फोन किया कि हमको जॉब मिली कि नहीं, कोई जगह लेटर भेजा, वो लेटर भेजा। फिर जिस शख्स ने मेरी इंटरव्यू ली थी, जब उससे बात की मैंने, वो ऑलरेडी सब लेटर कर दिया, अगर आपको लेटर मिला आप आ जाओ, आपको जॉब आपकी है यहाँ पर। मैं सीधा गई वहां, तो मुझे कहते आप, मैंने जॉब इंटरव्यू दिया था और आई वाज सिलेक्ट, मेरे को लेटर नहीं मिला, पर मैंने इस शख्स से बात की थी, वो कहते तुम आ जाओ। अब उनके पास कोई चारा नहीं था कि मुझे ना जॉब पे रखे, तो मुझे जॉब पे रख लिया उन्होंने। पर उसके बाद जो मुझे बस पासिस बनाने पड़ते थे, ये वो जो काम था सब करती थी मैं। तो एक शख्स था, ओल्ड था बड़ा, तो वहां पर जो लोग आते थे खेल सेंटर में, वो लोग खेलते थे, बिंगो खेल दिया, कभी कुछ करा, कभी बड़े नाइस एटमॉस्फेयर था वहां। कई लोगों को जैसे नपी चेंज करनी है, बड़े लोग से उनको करते थे। मुझे एक लेडी कहती तुम वहां काम करने लगी थी, तुम ये कर दो। मैंने बोला देखो मैंने कभी किया नहीं है, आई डोंट माइंड, बट इफ यू हेल्प मी हाउ टू डू इट, कैसे करना है, मेरे को नहीं पता इतना बड़ा आदमी, हाउ आई कैन लिफ्ट अप, क्योंकि वो ये मेरी जॉब में नहीं था। पर वो मुझे जान के ही कह रही थी कि क्योंकि ये असिस्टेंट जो होते हैं उनका काम था। I wasn't care assistant, even that I didn't say no. फिर उसके बाद उन्होंने क्या किया, वहाँ एक आदमी टॉप से देखा, ये लड़की पतली सी, ये कहाँ उठाएगी इसको, कैसे करेगी। वो एकदम आते थे, कोई बात नहीं आप हटिए मैं करता हूँ। तो वो जो जिसने मुझे कहा था वो देखे शक्ल तो परे हो गई। फिर बाद में
जब मेरी जितने भी लोग वहाँ थे, वहाँ पर जितने भी आते थे, अब को सुबह आते थे देखे सेंटर में, शाम को वो चले जाते, एवरीबॉडी लाइक्स मी, क्योंकि मैं सबसे प्यार से बोलती, सब कुछ करती थी। इवन जब खाना सर्व करते थे तो मेरे हाथों से कड़छी दी कि हाँ भी खाना सर्व करना है, और छोड़ दी। मैंने ऐसे देखा, अब तू मेरे हाथ में प्रॉपर पकड़ाओ, नहीं, वैसे छोड़ दी, गिर गई वो। यानी कहने का मतलब ये है, दे डोंट लाइक अवर पीपल, मे बी करते हो या नहीं, पर मेरे साथ ऐसा हुआ जो कि मैं आपके साथ शेयर करना चाहती हूँ। ऐसे ही कितने ही पेरेंट्स हैं, स्कूल पेरेंट्स इवनिंग पर या वैसे, वही नहीं होता। जॉब से भी मैं अपने लोगों से ये बोलूंगी, अगर आपके बच्चे को अपनी जुबान आती है, अपनी मदर टंग आती है, उसके साथ अगर आपको इंग्लिश जो कि आप यहाँ सीख ही जाते हो, तो आपके जॉब में भी चांसेस हैं। क्योंकि अगर आप सिर्फ इंग्लिश बोलते हो, मतलब अदर कोई लैंग्वेज नहीं है, तो अगर आपके 70% मार्क्स आए या 80% आए हैं, अगर दूसरे इंग्लिश जो यहाँ के लोग हैं, अगर उनके 70 आए, तुम्हारे 80 आए, 70 वाले को जॉब मिलेगा, तुम्हारी कोई जरूरत नहीं है। अगर आपके पास अपनी लैंग्वेज है तो आप ड्यूल लैंग्वेज है और मल्टी लैंग्विस्टिक है, आपको उर्दू आती है, पंजाबी आती है, मीरपुरी आती है, गुजराती आती है, और इंग्लिश तो तुम्हें पता ही है, तुम इधर सब सीख के आगे आए हो। तब जॉब में आप ये लिखेंगे अपनी कि मेरे को ये लैंग्वेज आती है, तो आपको जॉब मिलने के बहुत चांसेस है। कि अगर हॉस्पिटल में जाओ, और ऐसे कितने ही जगह है, स्कूलों में जाओ, उन्हें आप जैसे लोगों की जरूरत है। क्योंकि पेरेंट्स जो है वो इंडिया, पाकिस्तान, बांग्लादेश, जब किसी भी देशों से आए हैं, उनको बताने के लिए वो आपको यूज करेंगे, तो इससे आपको जॉब मिलने के चांसेस हैं। और मैं वहां पर सारे अपने पेरेंट्स जितने भी थे ना, मेरे स्कूल में जहां मैं काम करती थी, सारे बड़े खुश होते थे जब वो मुझे देखते थे और मेरा नाम लेते थे। और मैंने एक डे बनाया हुआ था कि इस दिन मैं आपको फोन करूंगी, आपकी जो प्रॉब्लम्स होंगी मुझे बताओ, मैं सॉर्ट आउट करूंगी। उनको जितने बेनिफिट दिलवा सकती थी मैंने उनको मैक्सिमम सब कुछ किया। और मेरा हेड टीचर बहुत ही अच्छा था, स्टाफ इतना अच्छा ना हो पर मेरा हेड टीचर बहुत अच्छा, उसके कारण ये लोग मुझे वो होते थे कि इसको कुछ बोलो, क्योंकि हेड टीचर मेरे साथ था। क्यों था? क्योंकि मेरी एशियन फैमिली वहां पर, जो मेरे जॉब लगने से पहले वहां लड़ाइयां होती थी, कभी किसके माँ बाप की, कभी लड़ाइयां, कभी कोई बच्चों के लिए, कभी किसके लिए। मेरे आने के बाद वो सब चीजें खत्म हो गई। इंग्लिश कपल जो थे, इंग्लिश पेरेंट्स तो बोलते थे उनको प्रॉब्लम थी, पर मेरे एशियन पेरेंट्स को नहीं थी। तो मैं ये कहूंगी, जहां पर भी आपके साथ डिस्कशन, उसको शेयर जरूर करें, आपने कैसे वो प्रॉब्लम सॉल्व की, इसके बारे में जरूर यहाँ आकर बताइए, जिससे और लोगों को भी इसमें मदद मिले। अभी रिसेंटली मेरी एक फ्रेंड है, उसके लड़के के साथ हुआ, वो जल्दी उठ गया, स्कूल गया, तो उसकी टीचर कहते यू लुक टायर्ड। कहता हाँ मैं टायर्ड हूँ, जल्दी उठ गया है ना, क्या किया तुमने, ये वो। तो पेरेंट्स घर में आकर उसका, मम्मी मेरे को ये बोल रही थी, तो उसको बुलाया, कहते आपका बच्चा टायर्ड होता है, क्यों होता है टायर्ड? वो कहती मेरा बच्चा टायर्ड क्यों होता है, मेरा बच्चा टायर्ड नहीं होता, आज सुबह जल्दी उठ गया था तो मैंने बोला तू जाके सो जा। वो कहता मैंने सोना नहीं, मैं आपके साथ करूंगा इसलिए टायर्ड है। कहती मुझे मालूम है आपने ये बातें बना करना, सोशल सर्विसेज को बुला लेंगे, ये कर लेंगे, वो कर लेंगे। कहती मैं केयर असिस्टेंट हूँ, मुझे सब कुछ पता है। उस दिन के बाद उन्होंने उसके बच्चे को कभी कुछ नहीं कहा कि तू टायर्ड है, क्या है क्या नहीं। कहने का मतलब आप स्टैंड लो, अगर आप स्टैंड लोगे तो होगा। अगर आपको इंग्लिश नहीं आती, इंग्लिश इज योर सेकंड लैंग्वेज, आप किसी को साथ लेके जाओ, घर में आप हाथ पे हाथ रहना बैठो, चाहे वो जॉब पे हो चाहे अपने स्कूलों में हो, आप जरूर जाओ, उसको वो करो और इंटरप्रेटर को जरूर लेके जाओ। और अगर कोई फ्रेंड हो या ये लेकर जाओ बिफोर यू टू लेट। जैसे कि आपने बोला कि वो आखिर में जाके वो हमारा वो आया शख्स और वो कहते कि ये तो आम इंडिया में होता है, कल्चर डिफरेंस करके ये उस बच्चे ने चोरी वो सीट उठा ली, एक बच्चे के वो चारों बच्चे को उठा के ले गए। तो इसलिए शुरू में अगर फर्स्ट स्टेप पे आप स्टेप ले लेंगे तो शायद आपका काम बन सकता है। थैंक यू वेरी मच, बहुत बहुत मेहरबानी, बहुत बहुत मेहरबानी। बहुत डिटेल ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਦੱਸੀਆਂ ਹੈਗੀਆਂ, ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹੈਗੇ ਇਹਨਾਂ ਦਾ, ਜਿਨ੍ਹਾਂ ਨੇ ਬਹੁਤ ਅਹਿਮ ਕੰਟਰੀਬਿਊਸ਼ਨ ਯਾਨੀ ਕਿ ਪਾਈ ਹੈ। ਹੋਪ ਯਾਨੀ ਕਿ ਫਿਰ ਵੀ ਫਿਊਚਰ ਵਿੱਚ ਵੀ ਯਾਨੀ ਕਿ ਪ੍ਰੋਗਰਾਮ ਵਿੱਚ ਇਹ ਆਉਂਦੇ ਰਹਿਣਗੇ।
ਤੁਹਾਡੇ ਨਾਲ ਜਾਣੀ ਕਿ ਇਹੋ ਜਿਹਾ ਕੋਈ ਕੇਸ ਜਾਣੀ ਕਿ ਵਾਪਰਿਆ ਹੋਵੇ ਜਾਂ ਤੁਸੀਂ ਕੇਸ ਨੂੰ ਕਿਸੇ ਨੂੰ ਜਾਣਦੇ ਹੋ, ਕਿਉਂਕਿ ਮੈਂ ਬਹੁਤ ਸਾਰੇ ਕੇਸ ਨੂੰ ਜਾਣਦਾ ਜਿਸ ਤਰ੍ਹਾਂ ਗੱਲ ਕੀਤੀ ਸੀ। ਬਾਕੀ ਦਾ ਜਿਹੜਾ ਸਟਾਫ ਹੈਗਾ ਉਹ ਤੁਹਾਡੀ ਉਹ ਹੈਲਪ ਨਹੀਂ ਕਰਦਾ ਹੈ, ਅਤੇ ਕਈ ਵਾਰੀ ਗੈਂਗ ਅਪ ਵੀ ਕਰ ਲੈਂਦੇ ਹੈਗੇ ਆ ਤਾਂ ਕਿ ਉਸ ਬੰਦੇ ਨੂੰ ਜਿਹਨੂੰ ਕੋਈ ਵੱਡੀ ਪੋਸਟ ਮਿਲੀ ਹੈ ਉਹਨੂੰ ਜਿਹੜਾ ਹੈਗਾ ਉਸ ਯਾਨੀ ਕਿ ਉੱਥੇ ਕੋਈ ਦੂਸ਼ਣ ਲਾ ਕੇ ਉਹਨੂੰ ਡਿਸਮਿਸ ਕੀਤਾ ਜਾ ਸਕੇ। ਮੇਰੇ ਨਾਲ ਖੁਦ ਆਪਣੇ ਆਪ ਨਾਲ ਵੀ ਹੁੰਦਾ ਰਿਹਾ, ਜਦੋਂ ਮੈਨੂੰ ਯਾਨੀ ਕਿ ਬਹੁਤ ਵੱਡੀ ਪੋਸਟ ਸੀਗੀ ਇੱਥੇ ਮਿਲੀ ਬਰਮਿੰਘਮ ਸਿਟੀ ਕੌਂਸਲ ਦੇ ਵਿੱਚ, ਉਦੋਂ ਯਾਨੀ ਕਿ ਇਹਨਾਂ ਨੇ ਕਈ ਤਰ੍ਹਾਂ ਡਰਾਮੇ ਕੀਤੇ। ਅਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂ ਜੀ ਮੁਹੰਮਦ ਸਾਹਿਬ। ਹੈਲੋ, ਮੈਂ ਮੁਹੰਮਦ ਬੋਲ ਰਿਹਾ ਸਰ। ਹਾਂ ਜੀ ਮੁਹੰਮਦ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਕੱਲ੍ਹ ਬੜੀ ਦੇਰ ਗੱਲਾਂ ਕਰਦੇ, ਮੈਂ ਤੇ ਤੁਹਾਡਾ ਟੌਪਿਕ ਗ੍ਰਾਸ ਨਹੀਂ ਕਰ ਸਕਿਆ, ਲੇਕਿਨ ਇੱਕ ਮੈਂ ਜ਼ਰਾ ਇੱਕ ਗੱਲ ਕਰਨਾ ਚਾਹੁੰਦਾ ਆਪਣੇ ਜ਼ਾਤੀ ਤਜਰਬੇ ਦੀ। ਹਾਂ। ਮੇਰਾ ਲੜਕਾ ਜਦੋਂ ਛੋਟਾ ਸੀ ਨਾ ਤੇ ਇੱਕ ਗ੍ਰਾਮਰ ਸਕੂਲ 'ਚ ਪੜ੍ਹਦਾ ਸੀ। ਹਾਂਜੀ। ਤੇ ਉੱਥੇ ਪੇਰੈਂਟਸ ਟੀਚਰ ਮੀਟਿੰਗ ਹੁੰਦੀ ਸੀ ਰੈਗੂਲਰਲੀ, ਤੇ ਮੈਂ ਉਹਦੇ ਵਿੱਚ ਮੀਟਿੰਗ ਵਿੱਚ ਜਾਣਾ ਸਾਂ, ਆਪਣੇ ਲੜਕੇ ਦੇ ਮਤਲਬ ਪੁੱਛਣਾ ਸਾਂ ਜਾ ਕੇ ਕਿ ਪੜ੍ਹਾਈ 'ਚ ਕੈਸਾ ਹੈ। ਤੇ ਉੱਥੇ ਮੈਨੂੰ ਯਾਦ ਹੈ ਇੱਕ ਟੀਚਰ, ਇੱਕ ਦੋ ਬਲਕਿ ਹੈਡ ਟੀਚਰ ਨੇ ਮੈਨੂੰ ਕਹਿਣ ਲੱਗਾ ਕਿ ਤੂੰ ਸਿਰਫ ਇੱਕ ਵਾਦ ਏਸ਼ੀਅਨ ਪੇਰੈਂਟ ਹੈ ਜਿਹੜਾ ਕਿ ਆਪਣੇ ਬੱਚੇ ਦੇ ਮਤਲਬ ਆ ਕੇ ਪੁੱਛਣਾ ਹੈ ਤੇ ਗੱਲਾਂ ਬਾਤਾਂ ਕਰਨਾ ਹੈ, ਵਰਨਾ ਏਸ਼ੀਅਨ ਜਿਹੜੇ ਵਾਲਦੈਨ ਨੇ ਉਹ ਦੇ ਆਰ ਨਾਟ ਬਾਦਰਡ। ਉਹ ਸਕੂਲ ਭੇਜਤਾ, ਉਹ ਸਮਝਦੇ ਨੇ ਕਿ ਉਹਨਾਂ ਦੀ ਡਿਊਟੀ ਖਤਮ ਹੋ ਗਈ। ਉੱਥੇ ਮਤਲਬ ਇਹ ਸਕੂਲ ਭੇਜਣਾ, ਜਾ ਕੇ ਟੀਚਰ ਨਾਲ ਕੰਟੈਕਟ ਵੀ ਰੱਖਣਾ ਚਾਹੀਦਾ ਏਸ਼ੀਅਨ ਪੇਰੈਂਟਸ ਖਾਸ ਤੌਰ ਤੇ। ਉੱਥੇ ਉਹ ਪੀਅਰ ਗਰੁੱਪ ਹੁੰਦੇ ਨੇ, ਡਰੱਗ ਟੇਕਿੰਗ ਤੇ ਪਤਾ ਨਹੀਂ ਕੀ ਟਰੂਐਂਸੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਸਾਡੇ ਬੱਚੇ। ਤੇ ਸਾਰੇ ਮੈਂ ਆਮ ਨਾਟ ਪਿਕਿੰਗ ਔਨ ਐਨੀ ਪਰਟੀਕੂਲਰ ਗਰੁੱਪ, ਲੇਕਿਨ ਇਹ ਸਾਰੇ ਮਤਲਬ ਫਿਰ ਪੇਰੈਂਟਸ ਦਾ ਇਹ ਫਰਜ਼ ਹੁੰਦਾ ਹੈ ਕਿ ਸਿਰਫ ਇਹ ਨਹੀਂ ਕਿ ਸਕੂਲ ਬੱਚੇ ਨੂੰ ਭੇਜਤਾ ਤੇ ਉਹ ਬਾਅਦ ਚੋਂ ਚਲੋ ਜੀ ਉਹਨਾਂ ਦਾ ਕੰਮ ਖਤਮ ਹੋ ਗਿਆ, ਬਲਕਿ ਜਾ ਕੇ ਪੇਰੈਂਟ ਟੀਚਰ ਦੀ ਮੀਟਿੰਗ ਹੈ, ਟੀਚਰ ਨੂੰ ਜਾ ਕੇ ਮਿਲਣ, ਉਹਦੇ ਬੱਚੇ ਦੇ ਮਤਲਬ ਪੁੱਛਣ ਕਿ ਕੀ ਉਹਦੀ ਪੜ੍ਹਾਈ 'ਚ ਕੀ ਉਹ ਪ੍ਰੋਗਰੈਸ ਹੈ, ਕਿਸ ਤਰ੍ਹਾਂ ਕਰ ਰਿਹਾ ਹੈ, ਸਭ ਕੁਛ ਉਹਦੇ 'ਚ ਪੂਰਾ ਇੰਟਰਸਟ ਲੈਣ, ਜਿਹੜੇ ਕਿ ਸਾਡੇ ਏਸ਼ੀਅਨ ਲੋਕ ਨਹੀਂ ਲੈਂਦੇ ਬਿਲਕੁਲ। ਮੈਂ ਦੇਖੇ, ਮੈਨੂੰ ਪੁਰਾਣੀ ਮੈਂ ਗੱਲ ਕਰ ਰਿਹਾ, ਹੁਣ ਮੈਨੂੰ ਟੀਚਰਸ ਨੇ ਦੱਸਿਆ ਕਿ ਏਸ਼ੀਅਨ ਪੇਰੈਂਟਸ ਬਿਲਕੁਲ ਇੰਟਰਸਟ ਨਹੀਂ ਲੈਂਦੇ ਆਪਣੇ ਬੱਚਿਆਂ ਸਕੂਲੇ ਭੇਜਤਾ ਤੇ ਬਸ ਉਹ ਸਮਝਦੇ ਨੇ ਉਹਨਾਂ ਦੀ ਡਿਊਟੀ ਖਤਮ ਹੋ ਗਈ, ਬਲਕਿ ਪੇਰੈਂਟ ਟੀਚਰ ਮੀਟਿੰਗ ਜਾਣ, ਉੱਥੇ ਜਾ ਕੇ ਬੱਚੇ ਦੇ ਮਤਲਬ ਪੁੱਛਣ ਕਿ ਉਹ ਪੜ੍ਹਾਈ 'ਚ ਕਿਸ ਤਰ੍ਹਾਂ ਪ੍ਰੋਗਰੈਸ ਕਰ ਰਿਹਾ, ਕੀ ਕਰ ਰਿਹਾ, ਕੀ ਉਹਦੀ ਵੀਕਨੈਸ ਹੈ, ਕਿਹੜੇ ਸਬਜੈਕਟ 'ਚ ਕਮਜ਼ੋਰ ਹੈ, ਕਿਹੜੇ ਸਬਜੈਕਟ 'ਚ ਅੱਛਾ ਸ਼ਾਈਨ ਕਰ ਸਕਦਾ ਹੈ। ਤੇ ਮੈਂ ਸਿਰਫ ਇਹ ਐਡਵਾਈਸ ਦੇ ਸਕਣਾ ਕਿ ਏਸ਼ੀਅਨ ਪੇਰੈਂਟਸ ਨੂੰ ਜ਼ਰਾ ਇਹ ਨਹੀਂ ਕਿ ਸਿਰਫ ਸਕੂਲ ਬੱਚਿਆਂ ਨੂੰ ਭੇਜਤਾ, ਉੱਥੇ ਜਾ ਕੇ ਟੀਚਰ ਪੇਰੈਂਟ ਮੀਟਿੰਗ 'ਚ ਰੈਗੂਲਰਲੀ ਜਾਣ ਤੇ ਉਹਨਾਂ ਦੇ ਟੀਚਰਸ ਦੇ ਨਾਲ ਇਨ ਕੰਟੈਕਟ ਰਹਿਣ। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਡਾਕਟਰ ਮੁਹੰਮਦ ਹੋਣੀ, ਜਿਨ੍ਹਾਂ ਨੇ ਬਹੁਤ ਹੀ ਅਹਿਮ ਗੱਲ ਕੀਤੀ ਹੈਗੀ ਆ। ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਮੈਂ ਵੀ ਇੱਕ ਸਕੂਲ ਦਾ ਜਿਹੜਾ ਹੈਗਾ ਮੈਂ ਗਵਰਨਰ ਹੈਗਾ, ਅਜੇ ਵੀ ਹੈਗਾ, ਅਤੇ ਇਹ ਸਾਨੂੰ ਜਾਣੀ ਕਿ ਸ਼ਿਕਾਇਤ ਰਹਿੰਦੀ ਹੈ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਹੈਗੇ ਆ ਉਹ ਟੀਚਰ ਜਾਣੀ ਕਿ ਜਦੋਂ ਉਹਨਾਂ ਦੀ ਪੇਰੈਂਟਸ ਈਵਨਿੰਗ ਰੱਖਦੇ ਹੈਗੇ ਅਤੇ ਉਹ ਨਹੀਂ ਆਉਂਦੇ ਹੈ, ਅਤੇ ਉਸ ਟਾਈਮ 'ਤੇ ਤੁਹਾਡਾ ਇਹ ਫਰਜ਼ ਬਣਦਾ ਹੈਗਾ ਵੀ ਤੁਸੀਂ ਟੀਚਰ ਨੂੰ ਪੁੱਛੋ ਵੀ ਮੇਰਾ ਬੱਚਾ ਅੰਗਰੇਜ਼ੀ ਵਿੱਚ ਕਿੱਦਾਂ ਹੈਗਾ, ਉਹ ਯਾਨੀ ਕਿਹੜਾ ਹੈਗਾ, ਸਾਇੰਸ ਵਿੱਚ ਕਿੱਦਾਂ ਹੈਗਾ, ਮੈਥ ਵਿੱਚ ਯਾਨੀ ਕਿ ਕਿੱਦਾਂ ਹੈਗਾ, ਕਿੱਦਾਂ ਯਾਨੀ ਕਿ ਸਾਰੇ ਓਵਰਆਲ ਕਿੱਦਾਂ ਹੈ, ਤਰੱਕੀ ਕਰ ਰਿਹਾ, ਉਹਦਾ ਬਿਹੇਵੀਅਰ ਕਿੱਦਾਂ ਹੈਗਾ, ਉਹਨੂੰ ਕਿਸ ਤਰ੍ਹਾਂ ਦੀ ਕੋਈ ਹਰਾਸਮੈਂਟ ਤਾਂ ਨਹੀਂ ਹੋ ਰਹੀ। ਆਪਣੇ ਬੱਚੇ ਨੂੰ ਵੀ ਪੁੱਛੋ ਕਿਸ ਤਰ੍ਹਾਂ ਦੀ ਕੋਈ ਬੁਲਿੰਗ ਤਾਂ ਨਹੀਂ ਹੋ ਰਹੀ ਹੈਗੀ ਧਰਮ ਦੇ ਨਾਂ 'ਤੇ, ਯਾਨੀ ਕਿ ਜਾਂ ਰੰਗ ਦੇ ਨਾਂ 'ਤੇ ਜਾਂ ਨੈਸ਼ਨਲਿਟੀ ਦੇ ਨਾਂ 'ਤੇ। ਕਈ ਤਰ੍ਹਾਂ ਦੇ ਗੈਂਗਸ ਵੀ ਆਪਰੇਟ ਕਰਦੇ ਹੈਗੇ, ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਅਸੀਂ ਬੱਚੇ ਦਾ ਪੂਰਾ ਖਿਆਲ ਰੱਖੀਏ। ਅਤੇ ਤੁਹਾਡੇ ਯਾਨੀ ਕਿ ਜਿਹੜੇ ਬੱਚੇ ਹੈਗੇ ਉਹ ਤੁਹਾਡੇ ਬੱਚੇ, ਤੁਹਾਡਾ ਨਾਂ ਰੱਖਣਾ ਹੈਗਾ ਸਾਰੀ ਉਮਰ ਵੀ ਤੁਹਾਡੇ ਬੱਚਾ ਸੀਗਾ, ਅਤੇ ਜੇ ਯਾਨੀ ਕਿ ਉਹਨੂੰ ਸਕੂਲੋਂ ਬਾਹਰ ਕੱਢ ਦਿੰਦੇ ਹੈਗੇ ਅਤੇ ਕਿਉਂ ਕੀ ਹੋਇਆ, ਅਤੇ ਜੇ ਯਾਨੀ ਕਿ ਤੁਹਾਨੂੰ ਕੋਈ ਕੰਪਲੇਂਟ ਲੱਗਦੀ ਹੈ ਕੋਈ ਟੀਚਰ ਜਿਹੜਾ ਹੈਗਾ ਯਾਨੀ ਕਿ ਜਾਂ ਉੱਥੇ ਕੋਈ ਕਿਸ ਤਰ੍ਹਾਂ ਦੀ ਕੋਈ ਹਰਾਸਮੈਂਟ ਕੋਈ ਬੱਚੇ ਨੂੰ ਤੁਹਾਡੇ ਨੂੰ ਕਰ ਰਿਹਾ ਹੈਗਾ, ਅਤੇ ਤੁਸੀਂ ਇਮੀਡੀਏਟਲੀ ਹੈਡ ਟੀਚਰ ਨਾਲ ਅਪੁਆਇੰਟਮੈਂਟ ਬਣਾ ਕੇ ਉਹਨੂੰ ਜਾ ਕੇ ਦੱਸੋ ਅਤੇ ਯਾਨੀ ਕਿ ਮੇਰੇ ਬੱਚੇ ਨਾਲ ਹੋ ਰਿਹਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ। ਹਾਂ ਜੀ, ਸੁਮਨ ਸਾਹਿਬ, ਕਿਸ ਤਰ੍ਹਾਂ, ਠੀਕ ਹੋ? ਹਾਂ ਮੈਂ ਬਿਲਕੁਲ ਠੀਕ ਹੈ। ਤੁਸੀਂ ਕੀ ਕਹਿਣਾ ਚਾਹੁੰਦੇ? ਤੁਹਾਡਾ ਵੀ ਬੜਾ ਲੰਬਾ ਚੌੜਾ ਤਜਰਬਾ ਹੈ ਜ਼ਿੰਦਗੀ ਦਾ। ਹਾਂਜੀ, ਵਿੱਚ ਕੋਈ ਸ਼ੱਕ ਨਹੀਂ। ਹਾਂਜੀ ਡਾਕਟਰ ਸਾਹਿਬ, ਮੈਨੂੰ ਅੱਜ ਦਾ ਪ੍ਰੋਗਰਾਮ ਸੁਣਦਿਆਂ ਮੈਨੂੰ ਕੀ ਯਾਦ ਆ ਰਹੀ ਸੀ ਗੱਲ। ਹਾਂ ਡਾਕਟਰ ਅੰਬੇਦਕਰ ਨੇ ਮੇਰੇ ਕੋਲ ਉਹਨਾਂ ਦੀ ਇੱਕ ਕਿਤਾਬ ਆ, ਉਹਨਾਂ ਨੇ ਜੋ ਸਪੀਚਾਂ ਕੀਤੀਆਂ। ਹਾਂਜੀ। ਇੱਕ ਸਪੀਚ ਵਿੱਚ ਡਾਕਟਰ ਸਾਹਿਬ ਉਹ ਕਹਿੰਦੇ ਨੇ, ਉਹ ਕਹਿੰਦੇ ਵੀ ਤੁਸੀਂ ਜਿਹੜਾ ਕ੍ਰਾਈਮ ਆ, ਕਿਸੇ ਕੋਲ ਡਾਕਾ ਇਹ ਕ੍ਰਾਈਮ ਆ,
ਕਿਸੇ ਨੂੰ ਮਰਡਰ ਕਰ ਦਿੱਤਾ, ਉਹ ਕ੍ਰਾਈਮ ਆ। ਬਿਲਕੁਲ ਬਿਲकुल। ਪਰ ਕਿਸੇ ਦੀ ਇਨਰ ਫੀਲਿੰਗ ਨੂੰ ਹਰਟ ਕਰਨਾ ਬਿਲਕੁਲ ਬਿਲਕੁਲ ਉਹ ਵੀ ਉਹਨਾਂ ਸੀਰੀਅਸ ਕ੍ਰਾਈਮ ਹੈ ਜਿੰਨਾ ਮਰਡਰ ਦਾ ਕ੍ਰਾਈਮ ਆ। ਬਿਲਕੁਲ, ਇਹ ਕਤਲ ਤੋਂ ਵੀ ਵੱਧ ਹੈ। ਬਿਲਕੁਲ ਬਿਲकुल, ਉਸ ਤੋਂ ਵੀ ਵੱਧ ਹੈ। ਜਦੋਂ ਤੁਸੀਂ ਨਾ ਕਿਸੇ ਦੀ ਉਹਦੇ ਰੰਗ ਦੇ ਬੇਸਿਸ ਤੇ, ਉਹਦੀ ਜਾਤ ਦੇ ਬੇਸਿਸ ਤੇ ਤੁਸੀਂ ਉਹਦੇ ਨਾਲ ਜ਼ਿਆਦਤੀ ਕਰਦੇ ਆ ਨਾ, ਉਹਦੇ ਹੱਕ ਤੇ ਤੁਸੀਂ ਮਤਲਬ ਡਾਕਾ ਮਾਰਦੇ ਆ, ਉਹ ਵੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਹਰਟ ਕਰਦਾ। ਬਿਲਕੁਲ ਬਿਲकुल ਬਿਲकुल ਬਿਲकुल। ਤੁਸੀਂ ਕੁਝ ਕਰ ਨਹੀਂ ਸਕਦੇ। ਡਾਕਟਰ ਸਾਹਿਬ ਦੇਖੋ, ਇਹਨਾਂ ਮੁਲਕਾਂ ਵਿੱਚ ਡਾਕਟਰ ਅਸੀਂ ਬਹੁਤ ਮਤਲਬ ਬਾਟਮ ਤੋਂ ਲੈ ਕੇ ਇੱਥੇ ਤੱਕ ਪਹੁੰਚੇ ਹਾਂ। ਹਾਂ, ਜਦ ਅਸੀਂ ਇੱਥੇ 1963 ਚ ਆਏ ਡਾਕਟਰ ਸਾਹਿਬ, ਇੱਥੇ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਸੀਗੀ। ਕਾਲੇ ਲੋਕਾਂ ਨੂੰ ਮਤਲਬ ਜਿਹੜੇ ਸਾਡੇ ਵਰਗੇ ਲੋਕਾਂ ਨੂੰ ਬਿਲਕੁਲ ਅੰਡਰਮਾਈਨ ਕੀਤਾ ਜਾਂਦਾ ਸੀਗਾ। ਸਾਨੂੰ ਨਾ ਕਿਸੇ ਗੱਲ ਵਾਸਤੇ ਵੀ ਕਾਬਲ ਨਹੀਂ ਸੀ ਸਮਝਿਆ ਜਾਂਦਾ। ਔਰ ਕਈ ਪੱਬਾਂ ਤੇ ਪੂਰਾ ਲਿਖਿਆ ਹੁੰਦਾ ਸੀ ਕਿ ਇੰਡੀਅਨ ਇੱਥੇ ਅਲਾਉਡ ਨਹੀਂ ਗਏ। ਮੈਂ ਆਪ ਖੁਦ ਦੇਖਿਆ ਕਿ ਮੇਰੇ ਟਾਊਨ ਦੇ ਵਿੱਚ ਕੁਝ ਐਸੇ ਪੱਬ ਸੀਗੇ, ਜੇ ਅਸੀਂ ਉੱਥੇ ਐਂਟਰ ਹੋ ਗਏ ਹਾਂ ਤਾਂ ਉਹਨਾਂ ਨੇ ਸਾਨੂੰ ਫਟਾਫਟ ਉੱਥੋਂ ਬਾਹਰ ਕਰਦਾ, ਕਹਿੰਦੇ ਇੰਡੀਅਨਸ ਨਾਟ ਅਲਾਉਡ। ਇਦਾਂ ਹੀ। ਔਰ ਤੁਸੀਂ ਸੋਚ ਸਕਦੇ ਆ ਕਿ ਕਿੱਥੋਂ ਉੱਠ ਕੇ ਅੱਜ ਅਸੀਂ ਇੱਥੇ ਪਹੁੰਚ ਗਏ ਆ ਕਿ ਅੱਜ ਸਾਨੂੰ ਅੰਗਰੇਜ਼ ਆਦਮੀ ਇਹ ਨਹੀਂ ਗੱਲ ਕਹਿ ਸਕਦਾ ਨਾ। ਅੱਜ ਸਾਡਾ ਪ੍ਰਧਾਨ ਮੰਤਰੀ ਸਾਡੀ ਐਥਨਿਕ ਰੀਜਨ ਦਾ, ਇੰਡੀਅਨ ਦਾ, ਪੰਜਾਬੀ ਹੈ। ਸੋਚ ਸਕਦੇ ਕਿ ਸਾਡੇ ਮੁਲਕ ਦਾ, ਸਾਡੇ ਮਤਲਬ ਇਮੀਗ੍ਰੈਂਟ ਆਦਮੀ ਦਾ ਸਨ ਜਿਹੜਾ ਅੱਜ ਪ੍ਰਾਈਮ ਮਿਨਿਸਟਰ ਹੋ ਕੇ, ਕਦੀ ਜ਼ਿੰਦਗੀ ਤੁਸੀਂ ਸੋਚਿਆ ਸੀਗਾ? ਬਿਲਕੁਲ ਬਿਲकुल। ਮੇਰਾ ਕਹਿਣ ਦਾ ਮਤਲਬ ਜਿਹੜੀ ਇੱਥੇ ਦੀ ਡਿਸਕ੍ਰਿਮੀਨੇਸ਼ਨ ਹੈ ਨਾ, ਉਹ ਟੂ ਬੀ ਆਨੈਸਟ, ਹਾਂ ਕਿਸੇ ਨਾਲ ਸਕੂਲਾਂ, ਜਿਹੜੇ ਬੱਚੇ ਇੱਥੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਜਾਂ ਮੰਨ ਲਓ ਉਹਨਾਂ ਕੋਲ ਪ੍ਰੋਪਰ ਡਿਗਰੀਆਂ ਹੈਗੀਆਂ, ਇੱਥੇ ਤੇ ਜੰਪ ਵਾਲਿਆ, ਉਹਨਾਂ ਦੀ ਇੰਗਲਿਸ਼ ਬਿਲਕੁਲ ਸਟੈਂਡਰਡ ਆ, ਜੇ ਉਹਨਾਂ ਨਾਲ ਕਿਸੇ ਰੰਗ ਦੇ ਬੇਸਿਸ ਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ ਤੇ ਉਹ ਬਹੁਤ ਪੇਨਫੁਲ ਆ, ਉਹ ਨਹੀਂ ਹੋਣੀ ਚਾਹੀਦੀ। ਇਹ ਪਰ ਹੁੰਦੀ ਹੈ ਸੁਮਨ ਸਾਹਿਬ, ਹੁੰਦੀ ਹੈ। ਹੁੰਦੀ ਹੈ ਡਾਕਟਰ ਸਾਹਿਬ। ਕੋਈ ਚੀਜ਼ ਵੀ ਨਾ, ਕਿਸੇ ਚੀਜ਼ ਦਾ ਜੇ ਤੁਸੀਂ ਕਹੋ ਨਾ ਵੀ ਇੱਥੇ ਹਰ ਚੀਜ਼ ਦੀ ਇੰਨੀ ਸਟਰਗਲ ਕਰਨ ਤੋਂ ਬਾਅਦ ਲੇਬਰ ਪਾਰਟੀ ਨੇ ਸਾਨੂੰ ਏਡੇ ਵੱਡੇ ਹੱਕ ਲੈ ਕੇ ਦਿੱਤੇ, ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹੈਗੇ ਆ, ਸਭ ਕੋਲ ਹਰ ਕਿਸਮ ਦੀ ਫਰੀਡਮ ਹੈ, ਜੋ ਤੁਸੀਂ ਮਰਜ਼ੀ ਕਰ ਸਕਦੇ ਆ। ਤੁਹਾਨੂੰ ਧਾਰਮਿਕ ਪਹਿਰਾਵਾ ਪਾਉਣ ਦੀ, ਇੱਥੋਂ ਤੱਕ ਤੇ ਤੁਹਾਨੂੰ ਕੁਰਬਾਨ ਚੱਕਣ ਦੀ ਵੀ ਉਹਨਾਂ ਨੇ ਇਜਾਜ਼ਤ ਦਿੱਤੀ ਆ, ਕਿਉਂਕਿ ਤੁਹਾਡੇ ਕਨਸਟੀਟਿਊਸ਼ਨ 'ਚ ਲਿਖਿਆ ਗਿਆ। ਬਿਲਕੁਲ ਲੱਗੀ ਨਾ। ਸੋ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਰੈਕਗਨਾਈਜ਼ ਕੀਤਾ। ਬਹੁਤ ਹੱਦ ਤੱਕ ਅਸੀਂ ਬਿਲਕੁਲ ਠੀਕ ਹੈ, ਪਰ ਫਿਰ ਵੀ ਇੰਨਾ ਤੁਸੀਂ 100% ਨਹੀਂ ਕਹਿ ਸਕਦੇ। ਦੇਖੋ, ਕੋਈ ਚੀਜ਼ ਵੀ ਡਾਕਟਰ ਸਾਹਿਬ ਬਦਲਣ ਵਾਸਤੇ ਟਾਈਮ ਲੱਗਦਾ। ਹਾਲੇ ਤਾਂ 50-60 ਸਾਲ ਹੀ ਹੋਏ ਨੇ। ਟਾਈਮ ਬਹੁਤ ਅੱਛਾ ਆ ਰਿਹਾ ਹੈਗਾ, ਤੁਸੀਂ ਬੜੀ ਅੱਛੀ ਪੋਜੀਸ਼ਨ ਤੇ ਹੋ। ਅਗਰ ਤੁਹਾਨੂੰ ਕੋਈ ਕਾਬਲੀਅਤ ਹੈ ਨਾ ਤਾਂ ਤੁਸੀਂ ਮਤਲਬ ਉਸ ਹਰਡਲ ਨੂੰ ਵੀ ਪਾਰ ਕਰ ਜਾਂਦੇ ਹੋ। ਡਾਕਟਰ ਸਾਹਿਬ, ਮੈਂ ਆਪਣੀ ਪਰਸਨਲ ਜੋ ਮੈਂ ਗੱਲ ਕਰਦਾ ਨਾ, ਹੈਲੋ, ਹਾਂਜੀ ਹਾਂਜੀ, ਸੁਣ ਰਿਹਾ ਜੀ, ਸੁਣ ਰਿਹਾ। ਜੋ ਮੈਂ ਆਪਣੀ ਪਰਸਨਲ ਗੱਲ ਕਰਦਾ, ਮੈਂ ਡਾਕਟਰ ਸਾਹਿਬ ਮੇਰੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਕਿਸੇ ਇੱਕ ਦੋ ਵਾਰੀ ਮੈਂ ਦੇਖੀ ਆ, ਉਹਦੇ ਵਿੱਚ ਡਾਕਟਰ ਸਾਹਿਬ ਮੈਂ ਇਹਨਾਂ ਨੂੰ ਉਹਦੇ ਵਿੱਚ ਮੈਂ ਆਪਣਾ ਫਾਲਟ ਸਮਝਿਆ। ਫਰਜ਼ ਕੀਤਾ, ਮੇਰੇ ਤੋਂ ਬਾਅਦ ਵਿੱਚ ਆਇਆ, ਉਹ ਮੇਰੇ ਤੋਂ ਅੱਗੇ ਚਲਾ ਗਿਆ, ਤੇ ਮੈਂ ਜਦ ਉਹਨੂੰ ਮੈਂ ਚੰਗੀ ਤਰ੍ਹਾਂ ਸਟੱਡੀ ਕੀਤਾ ਤੇ ਮੈਂ ਬਿਲਕੁਲ ਗੁੱਸੇ ਨਹੀਂ ਹੋਇਆ, ਕਿਉਂਕਿ ਮੈਨੂੰ ਪਤਾ ਕਿ ਮੈਂ ਉਸ ਪੋਜੀਸ਼ਨ ਦੇ ਭਾਵੇਂ ਮੈਂ ਉਹਨਾਂ ਉੱਦਾਂ ਕਾਬਲ ਹਾਂ। ਉਹ ਮੈਨੂੰ ਬਹੁਤ ਇੰਟੈਲੀਜੈਂਟ ਸਮਝਦੇ ਸੀਗੇ, ਰੇਲਵੇ ਦੇ ਵਿੱਚ ਬਹੁਤ ਹਰ ਤਰ੍ਹਾਂ ਮੇਰੀ ਇੱਜ਼ਤ ਕਰਦੇ ਸੀ, ਪਰ ਕਈ ਗੱਲਾਂ ਡਾਕਟਰ ਸਾਹਿਬ ਐਸੀਆਂ ਹੋਣੀਆਂ ਸੀਗੀਆਂ ਕਿ ਮੇਰੀ ਲੈਂਗੁਏਜ ਹੋਣ ਕਰਕੇ ਮੈਂ ਖੁਦ ਆਪਣੇ ਆਪ ਨੂੰ ਇਨਕੰਪੀਟੈਂਟ ਮਹਿਸੂਸ ਕਰ ਰਿਹਾ ਸੀ। ਜੇ ਆਹ ਸਿਚੁਏਸ਼ਨ ਆ ਜਾਏ ਤੇ ਮੈਂ ਇਹਨੂੰ ਹੈਂਡਲ ਕਿੱਦਾਂ ਕਰਾਂਗਾ। ਉਹਦੀ ਇਹ ਵਜ੍ਹਾ ਸੀਗੀ ਡਾਕਟਰ ਸਾਹਿਬ ਕਿ ਮੇਰੀ ਲੈਂਗੁਏਜ ਜਿਹੜੀ ਸੀਗੀ, ਮੈਂ ਉਹਨਾਂ ਉਹ ਕਹਿੰਦੇ ਯੂ ਰਾਈਟ ਵੈਰੀ ਗੁੱਡ ਇੰਗਲਿਸ਼, ਪਰ ਫੇਸ ਟੂ ਫੇਸ ਯੂ ਸਪੀਕ ਵੈਰੀ ਗੁੱਡ ਇੰਗਲਿਸ਼। ਪਰ ਡਾਕਟਰ ਕਈ ਸਿਚੁਏਸ਼ਨ ਐਸੀਆਂ ਹੋਣੀਆਂ ਸੀਗੀ ਜਿਸ ਲਾਈਨ 'ਚ ਮੈਂ ਸੀਗਾ, ਰੇਲਵੇ 'ਚ ਆਪਰੇਟਿੰਗ ਸਾਈਡ ਤੇ ਸੀਗਾ, ਪਲੇਟਫਾਰਮ ਸਾਈਡ ਤੇ, ਜਿੱਥੇ ਤੁਸੀਂ ਸਿਗਨਲਮੈਨ ਨਾਲ ਗੱਲ ਕਰਨੀ ਆ, ਔਰ ਟ੍ਰੇਨ ਆ ਰਹੀ ਹੈ ਉਹਨਾਂ ਨਾਲ ਗੱਲ ਕਰਨੀ ਆ। ਡਾਕਟਰ ਕਈ ਸਿਚੁਏਸ਼ਨ ਐਸੀਆਂ ਹੋਣੀਆਂ ਸੀਗੀਆਂ ਕਿ ਤੁਹਾਨੂੰ ਜੇ ਅੰਡਰ 100% ਸਿਗਨਲਮੈਨ ਜਿਹੜਾ ਬੈਠਾ ਉੱਥੋਂ ਤੋਂ 20 ਦੂਰ ਮੀਲ ਬੈਠਾ, ਅਗਰ ਉਹਨੇ ਤੁਹਾਨੂੰ ਗੱਲ ਦੱਸੀ ਆ ਵੀ ਆਹ ਟ੍ਰੇਨ ਆ ਰਹੀ ਆ, ਤੂੰ ਉਹਨੂੰ ਆਹ ਕਰਨਾ, ਜਾਂ ਜਿਹੜੀ ਲਾਈਨ ਹੈ ਇਸ ਡਾਇਰੈਕਸ਼ਨ ਨੂੰ ਬਦਲਣੀ ਆ, ਅਗਰ ਤੁਸੀਂ ਉਹਨੂੰ 100% ਕੈਚ ਨਹੀਂ ਨਾ ਕੀਤਾ ਤਾਂ ਤੁਸੀਂ ਬਹੁਤ ਸਾਰਾ ਡੈਮੇਜ ਕਰ ਸਕਦੇ ਆ। ਸੋ ਜਿਹੜੀ ਉਹ ਲੈਂਗੁਏਜ ਸੀ ਉਹਨੂੰ ਮੈਨੂੰ ਪਿੱਛੇ ਰੱਖਿਆ ਬਹੁਤ ਜਗ੍ਹਾ, ਪਰ ਮੈਂ ਹੌਲੀ ਹੌਲੀ ਫਿਰ ਪਿਕ ਕਰ ਗਿਆ, ਹੌਲੀ ਹੌਲੀ ਮੈਂ ਪਿਕਅਪ ਕਰ ਗਿਆ, ਪਰ ਉਹਨੂੰ ਟਾਈਮ ਲੱਗਾ। ਉਸ ਟਾਈਮ ਤੇ ਜੇ ਮੈਂ ਕਹਾਂ ਕਿ ਮੇਰੇ ਤੋਂ ਆਣ ਕੇ ਲੋਕੀ ਗੋਰੇ ਅੱਗੇ ਚੱਲ ਜਾਂਦੇ ਸੀਗੇ, ਉਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਸੀ, ਉਹ ਮੇਰਾ ਕਸੂਰ ਹੁੰਦਾ ਸੀਗਾ। ਉਸ ਤੋਂ ਬਾਅਦ ਮੈਂ ਜ਼ਿੰਦਗੀ 'ਚ ਕੋਈ ਐਡੀ ਵੱਡੀ ਗੱਲ ਨਹੀਂ ਦੇਖੀ ਨਾ। ਮੈਂ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿ ਬੱਚੇ ਪੜ੍ਹੇ ਲਿਖੇ ਆ, ਉਹਨਾਂ ਦੀ ਆਪਣੀ ਪੋਜੀਸ਼ਨ ਆ, ਇਹਦੇ ਦੀਆਂ ਗੱਲਾਂ ਮੈਂ ਆਪਣੇ ਪਰਿਵਾਰ 'ਚ ਨਹੀਂ ਦੇਖੀਆਂ, ਪਰ ਸਮਾਜ ਵਿੱਚ ਜ਼ਰੂਰ ਹੈਗੀਆਂ, ਇਹ ਮੈਂ ਜ਼ਰੂਰ ਕਹਾਂਗਾ। ਡਾਕਟਰ ਸਾਹਿਬ, ਤੁਸੀਂ ਇਹਨਾਂ ਗੋਰਿਆਂ 'ਚ ਕੀ ਆ, ਜਿਹੜੀਆਂ ਜ਼ਿਆਦਤੀਆਂ ਸਾਡੇ ਸਮਾਜ 'ਚ ਹੁੰਦੀਆਂ,
ਰਾਈਟ ਸਕੂਲ ਦੇ ਵਿੱਚ ਕਾਲਜਾਂ ਦੇ ਵਿੱਚ ਨੌਕਰੀ ਦੇ ਵਿੱਚ ਤੁਹਾਨੂੰ ਮਤਲਬ ਜਿਹਨੂੰ ਅੰਡਰਮਾਈਨ ਕੀਤਾ ਜਾਂਦਾ, ਤੁਹਾਨੂੰ ਮਤਲਬ ਜਿਹਨੂੰ ਨਫ਼ਰਤ ਨਾਲ ਦੇਖਿਆ ਜਾਂਦਾ। ਇਹਨਾਂ ਮੁਲਕਾਂ 'ਚ ਤੁਸੀਂ ਸਭ ਕੁਝ ਦੇਖਿਆ, ਇੱਕ ਵਕੀਲ ਸੀ ਕਮਿਊਨਿਟੀ ਦੇ ਵਿੱਚ ਸਿਰਫ ਉਹਨੂੰ ਜਾਤ ਦੇ ਕਰਕੇ ਉਹਨੂੰ ਇੰਟੀਮੀਡੇਟ ਕੀਤਾ ਗਿਆ, ਵਿਚਾਰੇ ਨੌਕਰੀ ਖਰਚ ਕਰ ਕੀ ਕਰਨਾ ਪਿਆ। ਤੁਹਾਡੇ ਸਾਹਮਣੇ ਜੋ ਇੱਕ ਲੜਕੀ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਸੀਗੀ, ਉਹ ਵਿਚਾਰੀ ਨੂੰ ਉਹਨੇ ਹੈਂਗ ਕਰ ਲਿਆ ਆਪਣੇ ਆਪ ਨੂੰ, ਕਿਉਂਕਿ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਦੇ ਲੋਕ ਸੀ ਉਹਨੂੰ ਇੰਟੀਮੀਡੇਟ ਕਰਦੇ ਸੀਗੇ। ਸੋ ਡਾਕਟਰ ਸਾਡੇ ਮੁਲਕ ਵਿੱਚ ਨਾ ਬੇੜਾ ਹੀ ਕਰਕੇ ਮੈਂ ਲਫ਼ਜ਼ ਨਾ ਪੰਜਾਬੀ ਦਾ ਵਧੀਆ ਵਰਤਿਆ ਹੈਗਾ, ਜਿਹਨੂੰ ਤਾਂ ਜਿਹੜੀ ਗੱਲ ਹੈ ਉਹਦਾ ਤਾਂ ਗੱਲ ਹੀ ਉਹਦੀ ਤਾਂ ਗੱਲ ਕਰਨੀ ਹੀ ਮੰਨਦੇ ਹਨ। ਉਹਨਾਂ ਲੋਕਾਂ ਨੂੰ ਤਾਂ ਦੁਨੀਆ ਨੂੰ ਦੇਖ ਕੇ ਅਕਲ ਨਹੀਂ ਆ ਰਹੀ। ਆਦਮੀ ਸੋਚਦਾ ਯਾਰ ਇਹ ਲੋਕ ਕਿਹੋ ਜਿਹੇ ਲੋਕ ਹੈ, ਇਹ ਕਿਹੋ ਜਿਹੇ ਲੋਕ ਜਿਹਨਾਂ ਲੋਕਾਂ ਨੂੰ ਕੱਲ ਆਹ ਹਾਲਤ ਸੀ, ਇਹਨਾਂ ਮੁਲਕਾਂ 'ਚ ਆਣ ਕੇ ਵੀ ਇਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ, ਸਭ ਕੁਝ ਦਿੱਤਾ ਗਿਆ, ਪਰ ਜਦ ਆਪਣੇ ਸਮਾਜ 'ਚ ਆਉਂਦੇ ਆ ਫਿਰ ਇਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਇਹ ਕਿਹੋ ਜਿਹੀ ਜ਼ਮੀਰ ਦੇ ਲੋਕ ਆ। ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਟਾਈਮ ਜਿਹੜਾ ਹੈਗਾ ਬਿਲਕੁਲ ਖਤਮ ਹੋ ਗਿਆ ਹੈਗਾ, ਮੈਂ ਕੋਈ ਹੋਰ ਕਾਲ ਨਹੀਂ ਲੈ ਸਕਦਾ ਹੈਗਾ। ਸਾਰੇ ਹੀ ਕਾਲਰਸ ਦਾ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ, ਕਿਉਂਕਿ ਕਈ ਵਾਰੀ ਕੁਛ ਇਹੋ ਜਿਹਾ ਮਸਲਾ ਹੁੰਦਾ ਜਿਹਦੇ ਬਾਰੇ ਆਮ ਲੋਕਾਂ ਨੂੰ ਉਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਹੈਗੀ ਜਾਂ ਐਕਸਪੀਰੀਅੰਸ ਨਹੀਂ ਹੋਇਆ ਹੁੰਦਾ ਹੈਗਾ। ਚਲੋ ਖੈਰ ਫਿਰ ਵੀ ਸਾਰੇ ਕਾਲਰਸ ਦਾ ਮੈਂ ਧੰਨਵਾਦੀ ਹੈਗਾ। ਅਗਲੇ ਹਫ਼ਤੇ ਤੁਹਾਡੇ ਲਈ ਜਿਹੜਾ ਹੈਗਾ ਮੈਂ ਕੋਈ ਹੋਰ ਸਬਜੈਕਟ ਚੁਣ ਕੇ ਲੈ ਕੇ ਆਊਂਗਾ ਅਤੇ ਮੈਨੂੰ ਉਮੀਦ ਰਹੂਗੀ ਕਿ ਤੁਸੀਂ ਉਸ ਸਬਜੈਕਟ ਵਿੱਚ ਜ਼ਰੂਰ ਭਰਪੂਰ ਸ਼ਿਰਕਤ ਕਰੋਗੇ। ਆਪਣਾ ਪੂਰਾ ਖਿਆਲ ਰੱਖਿਓ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਇਹਦੇ ਬਾਰੇ ਸਾਨੂੰ ਜ਼ਰੂਰ ਫੀਡਬੈਕ ਯਾਨੀ ਕਿ ਜ਼ਰੂਰ ਦਿਓ। ਕਿੱਥੋਂ ਯਾਨੀ ਕਿ ਆਪਾਂ ਹੋਰ ਵੀ ਜ਼ਿਆਦਾ ਇਹਨੂੰ ਵਧੀਆ ਬਣਾ ਸਕਦੇ ਹਾਂ, ਉਹਦੇ ਬਾਰੇ ਵੀ ਸਾਨੂੰ ਜਿਹੜੇ ਸੁਝਾਅ ਹੈਗੇ ਆਪਣੇ ਸਾਨੂੰ ਸੁਝਾਅ ਜ਼ਰੂਰ ਦਿਓ, ਉਹਨਾਂ 'ਤੇ ਵੀ ਅਸੀਂ ਪੂਰੀ ਤਰ੍ਹਾਂ ਗੌਰ ਕਰਾਂਗੇ। ਅਤੇ ਕਾਂਸ਼ੀ ਟੈਲੀਵਿਜ਼ਨ ਨੂੰ ਤੁਸੀਂ ਪੂਰੀ ਤਰ੍ਹਾਂ ਸਪੋਰਟ ਕਰਦੇ ਰਹੋ ਫਾਈਨੈਂਸ਼ੀਅਲੀ ਵੀ, ਅਤੇ ਸਾਨੂੰ ਜਿਹੜਾ ਹੈਗਾ ਹੌਸਲਾ ਦਿੰਦੇ ਰਹੋ ਤਾਂ ਕਿ ਅਸੀਂ ਤੁਹਾਡੀ ਆਵਾਜ਼ ਸਾਰਿਆਂ ਦੀ ਆਪਣੀ ਆਵਾਜ਼ ਜਿਹੜੀ ਅਤੇ ਉਹ ਯਾਨੀ ਕਿ ਹੁੰਦੀ ਰਹੇ। ਇੱਥੇ ਮੈਨੂੰ ਇਜਾਜ਼ਤ ਦਿਓ। ਹੈਵ ਅ ਗੁੱਡ ਡੇ, ਬੈਸਟ ਵਿਸ਼ੇਸ, ਟੇਕ ਕੇਅਰ, ਆਪਣਾ ਖਿਆਲ ਰੱਖਿਓ।